ਸਮੇਂ ਦੀ ਗੱਲ ਹੈ। ਇੱਕ ਰਾਜਾ ਸੀ ਜੋ ਆਪਣੀ 12 ਸੋਹਣੀਆਂ ਧੀਆਂ ਦੇ ਨਾਲ ਰਹਿੰਦਾ ਸੀ। ਉਹ 12 ਪ੍ਰਿੰਸੈਸ ਦੇ ਨਾਲ ਇੱਕ ਬਹੁਤ ਹੀ ਵੱਡੇ ਤੇ ਸੋਹਣੇ ਘਰ ਵਿੱਚ ਰਹਿੰਦਾ ਸੀ। ਰਾਜਾ ਆਪਣੀਆਂ ਧੀਆਂ ਦਾ ਪੂਰੇ ਦਿਲ ਨਾਲ ਖਿਆਲ ਰੱਖਦਾ ਸੀ ਅਤੇ ਜਦੋਂ ਵੀ ਉਹ ਰਾਤ ਨੂੰ ਸੌਣ ਜਾਂਦੀਆਂ ਸੀ ਤਾਂ ਉਹ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਹਰ ਸਵੇਰੇ ਜਦੋਂ ਵੀ ਉਹ ਉੱਠਦੀਆਂ ਸੀ ਤਾਂ ਕੁਝ ਨਾ ਕੁਝ ਅਜੀਬ ਹੋ ਜਾਂਦਾ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਪ੍ਰਿੰਸੈਸਿਸ ਦੀਆਂ ਜੁੱਤੀਆਂ ਨੂੰ ਕਿਸੇ ਨੇ ਸਾਰੀ ਰਾਤ ਪਾ ਕੇ ਨੱਚ ਕੇ ਰੱਖ ਦਿੱਤਾ ਹੋਵੇ। ਉਸ ਰਾਜਾ ਨੂੰ ਆਪਣੀ ਧੀਆਂ ਦੇ ਲਈ ਹਰ ਰੋਜ਼ ਨਵੀਆਂ ਜੁੱਤੀਆਂ ਖਰੀਦਣੀਆਂ ਪੈਂਦੀਆਂ ਸੀ ਅਤੇ ਅਗਲੇ ਹੀ ਦਿਨ ਉਹ ਸਾਰੀਆਂ ਜੁੱਤੀਆਂ ਫਿਰ ਤੋਂ ਇਸਤੇਮਾਲ ਕੀਤੀਆਂ ਹੁੰਦੀਆਂ ਸੀ। ਨਾ ਤੇ ਰਾਜਾ ਤੇ ਨਾ ਹੀ ਉਹਨਾਂ ਦੇ ਮਹਿਲ ਦੇ ਸਿਪਾਹੀ ਇਸ ਜੁੱਤੀਆਂ ਦੇ ਰਾਜ਼ ਨੂੰ ਸੁਲਝਾ ਪਾ ਰਹੇ ਸੀ। ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਇਹ ਜੁੱਤੀਆਂ ਦੀਆਂ ਜੋੜੀਆਂ ਇੱਕ ਹੀ ਰਾਤ ਵਿੱਚ ਪਾਈਆਂ ਹੋਈਆਂ ਲੱਗ ਰਹੀਆਂ ਹਨ? ਹੁਜ਼ੂਰ, ਸਾਨੂੰ ਵੀ ਸਮਝ ਨਹੀਂ ਆ ਰਿਹਾ। ਅਖੀਰ 'ਚ ਰਾਜਾ ਨੇ ਕਿਹਾ, ਜੋ ਵੀ ਕੋਈ ਮੇਰੀ ਬੇਟੀਆਂ ਦੀਆਂ ਜੁੱਤੀਆਂ ਦਾ ਰਾਜ਼ ਸੁਲਝਾਵੇਗਾ ਉਸ ਦਾ ਵਿਆਹ ਮੈਂ ਆਪਣੀ ਕਿਸੇ ਵੀ ਇੱਕ ਧੀ ਨਾਲ ਕਰਵਾ ਦਿਆਂਗਾ। ਉਸ ਨੂੰ ਆਪਣਾ ਜਵਾਈ ਬਣਾ ਲਵਾਂਗਾ ਤੇ ਮੇਰੇ ਮਰਨ ਤੋਂ ਬਾਅਦ ਉਹੀ ਰਾਜਾ ਬਣੇਗਾ ਤੇ ਉਸ ਬੰਦੇ ਦੇ ਕੋਲ ਸਿਰਫ 3 ਦਿਨ ਤੇ 3 ਰਾਤਾਂ ਦਾ ਸਮਾਂ ਹੋਵੇਗਾ, ਨਹੀਂ ਤਾਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ। ਉਸ ਰਾਜ ਦੇ ਬਹੁਤ ਸਾਰੇ ਨੌਜਵਾਨ ਅਤੇ ਦੂਜੇ ਦੇਸ਼ਾਂ ਦੇ ਰਾਜਕੁਮਾਰ ਵੀ ਮਹਿਲ ਵਿੱਚ ਇਸ ਕੰਮ ਦੇ ਲਈ ਆਏ। ਕਈ ਦਿਨਾਂ ਤੱਕ ਉਹ ਉਹਨਾਂ 12 ਪ੍ਰਿੰਸੈਸ ਦੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਲਾਈ ਬੈਠੇ ਰਹੇ, ਪਰ ਸਮਾਂ ਗੁਜ਼ਰਦਾ ਗਿਆ ਤੇ ਕੋਈ ਵੀ ਇਸ ਰਾਜ਼ ਨੂੰ ਸੁਲਝਾ ਨਹੀਂ ਸਕਿਆ ਤੇ ਜੁੱਤੀਆਂ ਇਸੇ ਤਰ੍ਹਾਂ ਹਰ ਰਾਤ ਨੂੰ ਪਾਈਆਂ ਹੋਈਆਂ ਹੁੰਦੀਆਂ ਸਨ। ਆਖਰਕਾਰ ਇੱਕ ਨੇਕ ਦਿਲ ਦਾ ਨੌਜਵਾਨ ਇਸ ਕੰਮ ਦੇ ਲਈ ਅੱਗੇ ਆਇਆ ਤੇ ਫਿਰ ਉਹ ਮਹਿਲ ਦੇ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਬੁੱਢੀ ਜਨਾਨੀ ਨੂੰ ਮਿਲਿਆ ਜੋ ਬਹੁਤ ਹੀ ਗਰੀਬ ਨਜ਼ਰ ਆ ਰਹੀ ਸੀ। ਮੇਰੇ ਪਿਆਰੇ ਪੁੱਤਰ, ਮੈਨੂੰ ਬਹੁਤ ਭੁੱਖ ਲੱਗੀ ਹੈ, ਕੀ ਤੂੰ ਮੈਨੂੰ ਖਾਣ ਲਈ ਕੁਝ ਦੇਵੇਂਗਾ? ਉਸ ਗੱਭਰੂ ਨੌਜਵਾਨ ਨੇ ਆਪਣੇ ਬੈਗ ਵਿੱਚ ਪਿਆ ਸਾਰਾ ਖਾਣਾ ਉਸ ਗਰੀਬ ਬੁੱਢੀ ਜਨਾਨੀ ਨੂੰ ਦੇ ਦਿੱਤਾ। ਉਹ ਜਨਾਨੀ ਬਹੁਤ ਖੁਸ਼ ਹੋ ਗਈ ਕਿਉਂਕਿ ਉਸ ਤੋਂ ਪਹਿਲਾਂ ਉੱਥੋਂ ਜਿੰਨੇ ਵੀ ਲੋਕੀ ਗੁਜ਼ਰੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਕੁਝ ਨਹੀਂ ਦਿੱਤਾ ਸੀ। ਉਹ ਜਨਾਨੀ ਜਾਣਦੀ ਸੀ ਕਿ ਇਹ ਨੌਜਵਾਨ ਬਾਕੀ ਲੋਕਾਂ ਨਾਲੋਂ ਵੱਖ ਹੈ, ਇਸ ਲਈ ਉਸਨੇ ਖਾਣੇ ਦੇ ਬਦਲੇ ਉਸ ਨੌਜਵਾਨ ਨੂੰ ਇੱਕ ਜਾਦੂਈ ਕੇਪ ਦਿੱਤਾ। ਇਹ ਜਾਦੂਈ ਕੇਪ ਨੂੰ ਲੈ ਲੈ ਅਤੇ ਜਦੋਂ ਵੀ ਤੂੰ ਇਹਨੂੰ ਪਾਵੇਂਗਾ ਤੂੰ ਅਦ੍ਰਿਸ਼ ਹੋ ਜਾਵੇਂਗਾ। ਜਦੋਂ ਰਾਤ ਨੂੰ 12 ਵੱਜਣਗੇ ਤਾਂ ਤੂੰ ਇਸ ਕੇਪ ਨੂੰ ਪਾ ਕੇ ਗਾਇਬ ਹੋ ਜਾਵੀਂ। ਇਸ ਤਰ੍ਹਾਂ ਤੂੰ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਵੇਂਗਾ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਉਹ ਨੌਜਵਾਨ ਉਸ ਕੇਪ ਨੂੰ ਲੈ ਕੇ ਮਹਿਲ ਦੇ ਵੱਲ ਚੱਲ ਪਿਆ ਅਤੇ ਜਦੋਂ ਉਹ ਮਹਿਲ ਵਿੱਚ ਪਹੁੰਚਿਆ ਉਸਨੇ ਕਿਹਾ ਕਿ ਉਹ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਆਇਆ ਹੈ। ਪਹਿਲੇ ਦਿਨ ਜਦੋਂ ਉਹਨਾਂ ਪ੍ਰਿੰਸੈਸ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਦੇ ਰਿਹਾ ਸੀ ਉਦੋਂ ਹੀ ਸਭ ਤੋਂ ਵੱਡੀ ਪ੍ਰਿੰਸੈਸ ਇੱਕ ਗਲਾਸ ਵਿੱਚ ਨਿੰਬੂ ਸ਼ਰਬਤ ਲੈ ਕੇ ਬਾਹਰ ਆਈ। ਤੁਹਾਨੂੰ ਪਿਆਸ ਲੱਗੀ ਹੋਵੇਗੀ ਨਾ? ਅਸੀਂ ਇਹ ਨਿੰਬੂ ਸ਼ਰਬਤ ਖਾਸ ਤੁਹਾਡੇ ਲਈ ਬਣਾਇਆ ਹੈ, ਇਹਨੂੰ ਸਵੀਕਾਰ ਕਰੋ। ਉਹ ਨੌਜਵਾਨ ਉਸ ਬੁੱਢੀ ਜਨਾਨੀ ਦੀ ਚੇਤਾਵਨੀ ਨੂੰ ਭੁੱਲ ਗਿਆ ਅਤੇ ਉਸਨੇ ਉਹ ਸ਼ਰਬਤ ਪੀ ਲਿਆ। ਸ਼ਰਬਤ ਨੂੰ ਪੀਂਦੇ ਸਾਰ ਉਹ ਗਹਿਰੀ ਨੀਂਦ ਵਿੱਚ ਚਲਾ ਗਿਆ। ਪੂਰੀ ਰਾਤ ਉਹ ਖਰਾਟੇ ਮਾਰਦੇ ਹੋਏ ਇੱਕ ਕਮਰੇ ਵਿੱਚ ਸੌਂ ਗਿਆ ਜੋ ਉਹਨਾਂ ਪ੍ਰਿੰਸੈਸ ਨੇ ਉਹਦੇ ਲਈ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਸਵੇਰ ਹੋਈ ਤਾਂ ਉਹ ਨੌਜਵਾਨ ਡਰ ਕੇ ਖੜਾ ਹੋ ਗਿਆ। ਮੈਂ ਤਾਂ ਜਾਦੂਈ ਕੇਪ ਪਾ ਕੇ ਰਾਜਕੁਮਾਰੀ ਦੇ ਕਮਰੇ ਵਿੱਚ ਜਾਣਾ ਸੀ। ਦੂਜੀ ਰਾਤ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਇਸ ਵਾਰ ਦੂਜੀ ਪ੍ਰਿੰਸੈਸ ਸ਼ਰਬਤ ਲੈ ਕੇ ਬਾਹਰ ਆਈ। ਉਸ ਨੌਜਵਾਨ ਨੂੰ ਪਹਿਰਾ ਦਿੰਦੇ ਦਿੰਦੇ ਕਾਫੀ ਪਿਆਸ ਲੱਗ ਰਹੀ ਸੀ ਅਤੇ ਉਹ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਬਿਨਾਂ ਸੋਚੇ ਉਸਨੇ ਉਹ ਸ਼ਰਬਤ ਪੀ ਲਿਆ ਅਤੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ ਚਲਾ ਗਿਆ। ਅਗਲੀ ਸਵੇਰ ਜਦ ਉਹ ਜਾਗਿਆ ਤਾਂ ਉਸ ਨੂੰ ਉਸ ਬੁੱਢੀ ਜਨਾਨੀ ਦੀ ਗੱਲ ਯਾਦ ਆ ਗਈ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਜ਼ਰੂਰ ਉਸ ਸ਼ਰਬਤ ਵਿੱਚ ਰਾਜਕੁਮਾਰੀ ਨੇ ਨੀਂਦ ਦੀ ਦਵਾਈ ਮਿਲਾਈ ਹੋਣੀ। ਉਸੇ ਵੇਲੇ ਰਾਜਾ ਉੱਥੇ ਪਹੁੰਚਿਆ।
2 ਦਿਨ ਬੀਤ ਗਏ ਤੇ ਤੂੰ ਹਾਲੇ ਤੱਕ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਨਹੀਂ ਸੁਲਝਾਇਆ। ਜੇ ਤੂੰ ਅੱਜ ਰਾਤ ਵੀ ਇਹਨੂੰ ਨਹੀਂ ਸੁਲਝਾਇਆ ਤਾਂ ਤੈਨੂੰ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਏਗੀ। ਰਾਜਾ ਇਹ ਗੱਲ ਕਹਿ ਕੇ ਉੱਥੋਂ ਚਲਾ ਗਿਆ। ਉਸ ਨੌਜਵਾਨ ਨੂੰ ਅੱਜ ਕਿਸੇ ਵੀ ਕੀਮਤ ਤੇ ਉਸ ਰਾਜ਼ ਨੂੰ ਸੁਲਝਾਉਣਾ ਸੀ। ਉਸੇ ਰਾਤ ਆਖਰੀ ਵਾਰ ਉਹ ਫੇਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇਣ ਲੱਗਿਆ। ਇਸ ਵਾਰ ਸਭ ਤੋਂ ਛੋਟੀ ਪ੍ਰਿੰਸੈਸ ਸੰਤਰੇ ਦਾ ਸ਼ਰਬਤ ਲੈ ਕੇ ਬਾਹਰ ਆਈ, ਪਰ ਇਸ ਵਾਰ ਉਹ ਨੌਜਵਾਨ ਚੁਕੰਨਾ ਸੀ ਅਤੇ ਜਦੋਂ ਪ੍ਰਿੰਸੈਸ ਉੱਥੋਂ ਚਲੀ ਗਈ ਉਸਨੇ ਉਸ ਸ਼ਰਬਤ ਨੂੰ ਗਮਲੇ ਵਿੱਚ ਸੁੱਟ ਦਿੱਤਾ। ਅੱਧੀ ਰਾਤ ਹੋ ਗਈ ਸੀ। ਉਸ ਨੌਜਵਾਨ ਨੇ ਜਾਦੂਈ ਕੇਪ ਪਾਇਆ ਅਤੇ ਗਾਇਬ ਹੋ ਗਿਆ। ਹੌਲੀ ਜਿਹੇ ਉਹਨੇ ਪ੍ਰਿੰਸੈਸ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਉਸਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ। ਸਾਰੀਆਂ ਪ੍ਰਿੰਸੈਸ ਆਪਣੇ ਸਭ ਤੋਂ ਸੋਹਣੇ ਬਾਲ ਗਾਊਨਸ ਪਾ ਕੇ, ਵਾਲਾਂ ਨੂੰ ਸੰਵਾਰ ਕੇ, ਮੇਕਅਪ ਕਰਕੇ ਨਵੀਆਂ ਜੁੱਤੀਆਂ ਪਾਈਆਂ ਹੋਈਆਂ ਸੀ। ਚਲੋ ਵੇਖਦੇ ਹਾਂ ਕਿ ਉਹ ਨੌਜਵਾਨ ਸੌਂ ਗਿਆ ਕਿ ਨਹੀਂ। ਇੱਕ ਪ੍ਰਿੰਸੈਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਂਕਿਆ ਅਤੇ ਦੂਜੀ ਨੇ ਦੀਵਾਰ ਤੇ ਆਪਣੇ ਕੰਨ ਲਾਏ। ਉਸੇ ਵੇਲੇ ਉਸ ਨੌਜਵਾਨ ਨੂੰ ਧਿਆਨ ਆਇਆ ਕਿ ਉਹਨੂੰ ਖਰਾਟਿਆਂ ਦੀ ਆਵਾਜ਼ ਕਰਨੀ ਹੋਵੇਗੀ। ਸਭ ਤੋਂ ਵੱਡੀ ਪ੍ਰਿੰਸੈਸ ਨੇ ਬੈੱਡ ਨੂੰ ਇੱਕ ਪਾਸੇ ਸਰਕਾ ਦਿੱਤਾ ਅਤੇ 3 ਵਾਰ ਤਾੜੀ ਵਜਾਈ। ਬੈੱਡ ਦੇ ਦੂਜੇ ਪਾਸਿਓਂ ਇੱਕ ਲੁਕਿਆ ਹੋਇਆ ਰਸਤਾ ਖੁੱਲ ਗਿਆ। ਉਸ ਨੌਜਵਾਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਕਰਕੇ ਸਾਰੀ ਪ੍ਰਿੰਸੈਸ ਉਸ ਰਸਤੇ ਤੋਂ ਬਾਹਰ ਗਈਆਂ ਅਤੇ ਨੌਜਵਾਨ ਵੀ ਉਹਨਾਂ ਦੇ ਪਿੱਛੇ ਚਲਾ ਗਿਆ। ਇਹ ਲੁਕਿਆ ਹੋਇਆ ਰਸਤਾ ਪੌੜੀਆਂ ਦੇ ਵੱਲ ਜਾ ਰਿਹਾ ਸੀ, ਜਿੱਥੋਂ 100 ਪੌੜੀਆਂ ਥੱਲੇ ਵੱਲ ਜਾ ਰਹੀਆਂ ਸਨ। ਉਦੋਂ ਹੀ ਉਸ ਨੌਜਵਾਨ ਦਾ ਪੈਰ ਗਲਤੀ ਨਾਲ ਇੱਕ ਪ੍ਰਿੰਸੈਸ ਦੀ ਸਕਰਟ ਤੇ ਪੈ ਗਿਆ। ਓਹ, ਕਿਸੇ ਨੇ ਮੇਰੀ ਸਕਰਟ ਤੇ ਪੈਰ ਰੱਖਿਆ। ਓਹੋ, ਪਾਗਲ ਉਤੋਂ ਹੀ ਹੋਣੀ। ਜਦੋਂ ਪੌੜੀਆਂ ਖਤਮ ਹੋ ਗਈਆਂ ਤਾਂ ਉਹ ਜੰਗਲ ਵਿੱਚ ਪਹੁੰਚ ਗਈਆਂ। ਉਹ ਉੱਚੇ ਦਰਖਤਾਂ ਵਿੱਚੋਂ ਗੁਜ਼ਰ ਰਹੀਆਂ ਸਨ, ਜਿਨ੍ਹਾਂ ਦੀਆਂ ਸੋਹਣੀਆਂ ਚਿੱਟੀਆਂ ਡਾਲਾਂ ਸਨ। ਨੌਜਵਾਨ ਨੇ ਇੱਕ ਡਾਲ ਤੋੜੀ ਤੇ ਉਹਨਾਂ ਦਾ ਪਿੱਛਾ ਕੀਤਾ। ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਸਾਰੀਆਂ ਪ੍ਰਿੰਸੈਸ ਇੱਕ ਨਦੀ ਕਿਨਾਰੇ ਜਾ ਕੇ ਰੁਕ ਗਈਆਂ। ਉਸ ਨਦੀ ਵਿੱਚ 12 ਕਸ਼ਤੀਆਂ ਸਨ, ਜਿਨ੍ਹਾਂ ਵਿੱਚ 12 ਪ੍ਰਿੰਸ ਉਹਨਾਂ ਦੀ ਰਾਹ ਵੇਖ ਰਹੇ ਸੀ। ਉਹ ਸਾਰੀਆਂ ਪ੍ਰਿੰਸੈਸ ਕਸ਼ਤੀ ਵਿੱਚ ਜਾ ਕੇ ਬਹਿ ਗਈਆਂ ਅਤੇ ਉਹ ਨੌਜਵਾਨ ਆਖਰੀ ਕਸ਼ਤੀ ਵਿੱਚ ਬਹਿ ਗਿਆ। ਕਿਸ਼ਤੀ ਅੱਜ ਕੁਝ ਭਾਰੀ ਲੱਗ ਰਹੀ ਹੈ, ਜਿਵੇਂ ਕੋਈ ਹੋਰ ਵੀ ਇਹਦੇ ਵਿੱਚ ਬੈਠਿਆ ਹੋਵੇ। ਅਜੀਬ ਹੈ। ਸੁਪਨੇ ਵੇਖਣਾ ਬੰਦ ਕਰ। ਨਦੀ ਪਾਰ ਕਰਕੇ ਉਹ ਸਾਰੇ ਇੱਕ ਵੱਡੇ ਚਮਕਦਾਰ ਮਹਿਲ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਅੰਦਰੋਂ ਸੰਗੀਤ ਸੁਣਾਈ ਦੇ ਰਿਹਾ ਸੀ। ਜਦੋਂ ਉਸ ਨੌਜਵਾਨ ਨੇ ਬਾਰੀ ਤੋਂ ਤੱਕਿਆ, ਉਸਨੇ ਵੇਖਿਆ ਕਾਫੀ ਲੋਕ ਅੰਦਰ ਨੱਚ ਰਹੇ ਸੀ। ਜਿਵੇਂ ਹੀ ਸਾਰੀਆਂ ਪ੍ਰਿੰਸੈਸ ਮਹਿਲ ਦੇ ਅੰਦਰ ਗਈਆਂ, ਉਹ ਨੱਚਣ ਲੱਗੀਆਂ। ਉਹ ਨੱਚਦੇ ਨੱਚਦੇ ਥੱਕ ਗਈਆਂ, ਪਰ ਫਿਰ ਵੀ ਨੱਚਦੀਆਂ ਰਹੀਆਂ ਅਤੇ ਇਸੇ ਲਈ ਉਹਨਾਂ ਦੀਆਂ ਜੁੱਤੀਆਂ ਪਾਈਆਂ ਹੋਈਆਂ ਲੱਗ ਰਹੀਆਂ ਸੀ। ਨੌਜਵਾਨ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ, ਇਸੇ ਲਈ ਉਸਨੇ ਟੇਬਲ ਤੇ ਪਿਆ ਕੇਕ ਦਾ ਟੁਕੜਾ ਚੁੱਕ ਕੇ ਖਾ ਲਿਆ। ਸਭ ਤੋਂ ਛੋਟੀ ਪ੍ਰਿੰਸੈਸ ਨੇ ਇਹ ਵੇਖਿਆ। ਮੇਰਾ ਕੇਕ ਹਵਾ ਵਿੱਚ ਉੱਡ ਰਿਹਾ ਹੈ, ਜਿਵੇਂ ਕੋਈ ਅਦ੍ਰਿਸ਼ ਇਨਸਾਨ ਉਹਨੂੰ ਖਾ ਰਿਹਾ ਹੋਵੇ। ਬਕਵਾਸ ਬੰਦ ਕਰ। ਨੌਜਵਾਨ ਨੇ ਸਭ ਦੀਆਂ ਨਜ਼ਰਾਂ ਬਚਾ ਕੇ ਸੁਨਹਿਰਾ ਕੱਪ ਟੇਬਲ ਤੋਂ ਚੁੱਕਿਆ। ਪ੍ਰਿੰਸੈਸਿਸ ਸਵੇਰ ਹੋਣ ਤੱਕ ਨੱਚਦੀਆਂ ਰਹੀਆਂ। ਫਿਰ ਉਹ ਕਿਸ਼ਤੀ 'ਚ ਬਹਿ ਕੇ ਨਦੀ ਪਾਰ ਕਰ ਗਈਆਂ। ਜੰਗਲਾਂ ਵਿੱਚੋਂ ਗੁਜ਼ਰਦੇ ਹੋਏ, ਪੌੜੀਆਂ ਤੋਂ ਚੜ੍ਹਦੇ ਹੋਏ, ਆਖਰਕਾਰ ਉਹ ਆਪਣੇ ਮਹਿਲ ਵਿੱਚ ਫਿਰ ਤੋਂ ਪਹੁੰਚ ਗਈਆਂ, ਪਰ ਉਹਨਾਂ ਦੀਆਂ ਜੁੱਤੀਆਂ ਫਿਰ ਤੋਂ ਪਾਈਆਂ ਹੋਈਆਂ ਸੀ। ਉਹ ਨੌਜਵਾਨ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਆਖਰ ਪਾਈਆਂ ਹੋਈਆਂ ਜੁੱਤੀਆਂ ਦਾ ਰਾਜ਼ ਜੋ ਸੁਲਝਾ ਲਿਆ ਸੀ। ਕੁਝ ਦੇਰ ਬਾਅਦ ਰਾਜਾ ਉਸ ਨੌਜਵਾਨ ਦੇ ਕੋਲ ਗਿਆ। ਤੇਰਾ ਵਕਤ ਅੱਜ ਖਤਮ ਹੋ ਗਿਆ। ਕੀ ਤੂੰ ਇਸ ਰਾਜ਼ ਨੂੰ ਸਮਝ ਸਕਿਆ? ਜੀ ਹਾਂ ਹੁਜ਼ੂਰ, ਮੈਨੂੰ ਪਤਾ ਚੱਲ ਗਿਆ। ਤੇ ਫਿਰ ਉਸਨੇ ਰਾਜਾ ਨੂੰ ਸਾਰੀ ਹਕੀਕਤ ਦੱਸੀ। ਰਾਜਾ ਨੇ ਪਹਿਲਾਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਪਰ ਜਦੋਂ ਨੌਜਵਾਨ ਨੇ ਰਾਜਾ ਨੂੰ ਜੰਗਲ ਤੋਂ ਲਿੱਤੀ ਹੋਈ ਚਿੱਟੀ ਡਾਲ ਤੇ ਚਮਕਦਾਰ ਮਹਿਲ ਤੋਂ ਲਿੱਤਾ ਹੋਇਆ ਸੁਨਹਿਰਾ ਕੱਪ ਵਿਖਾਇਆ ਤਾਂ ਰਾਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਸੀ। ਅਤੇ ਫਿਰ ਰਾਜਾ ਨੇ ਆਪਣਾ ਵਚਨ ਨਿਭਾਉਂਦੇ ਹੋਏ ਉਸ ਨੌਜਵਾਨ ਨੂੰ
ਆਪਣੀ ਪਸੰਦ ਦੀ ਪ੍ਰਿੰਸੈਸ ਚੁਣ ਕੇ ਉਸ ਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ। ਨੌਜਵਾਨ ਨੇ ਕਿਹਾ ਕਿ ਉਹਨੂੰ ਸਭ ਤੋਂ ਛੋਟੀ ਪ੍ਰਿੰਸੈਸ ਨਾਲ ਵਿਆਹ ਕਰਨਾ ਹੈ। ਉਹ 12 ਪ੍ਰਿੰਸੈਸਸ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਦਾ ਰਾਜ਼ ਹੁਣ ਸਭ ਨੂੰ ਪਤਾ ਚੱਲ ਗਿਆ ਸੀ। ਪਰ ਉਹ ਨੌਜਵਾਨ ਅਤੇ ਛੋਟੀ ਪ੍ਰਿੰਸੈਸ ਵਿਆਹ ਕਰਕੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ। ਇੱਕ ਵਾਰ ਦੂਰ ਦੇਸ਼ ਵਿੱਚ ਇੱਕ ਚੁੜੈਲ ਰਿਹਾ ਕਰਦੀ ਸੀ। ਉਹਦੀ ਉਦਾਸੀ ਦੀ ਵਜ੍ਹਾ ਸੀ ਕਿ ਉਹਨੂੰ ਔਲਾਦ ਨਹੀਂ ਹੋ ਸਕਦੀ ਸੀ, ਕਿਉਂਕਿ ਜੇ ਉਹਦਾ ਬੱਚਾ ਹੁੰਦਾ ਤਾਂ ਉਹ ਉਹਨੂੰ ਆਪਣੇ ਗਹਿਰੇ ਰਹੱਸ ਅਤੇ ਸ਼ਕਤੀਆਂ ਦੇ ਸਕਦੀ ਸੀ। ਇਸ ਕਰਕੇ ਉਹਨੇ ਤੈਅ ਕੀਤਾ ਕਿ ਉਹ ਪਹਿਲੀ ਕੁੜੀ ਨੂੰ ਸਭ ਤੋਂ ਦੂਰ ਲੈ ਜਾ ਕੇ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਵੱਡਾ ਕਰਦੀ। ਬੁਰਾਈ ਦਾ ਜਾਦੂ ਪੂਰੀ ਦੁਨੀਆ ਤੇ ਕਬਜ਼ਾ ਕਰੇਗਾ। ਜਿੱਥੇ ਚੁੜੈਲ ਰਹਿੰਦੀ ਸੀ ਉੱਥੋਂ ਥੋੜੀ ਦੂਰੀ ਤੇ ਇੱਕ ਕਿਸਾਨ ਪਤੀ ਪਤਨੀ ਰਹਿੰਦੇ ਸੀ। ਇੱਕ ਦਿਨ ਆਦਮੀ ਨੂੰ ਬੜੀ ਚੰਗੀ ਖਬਰ ਮਿਲੀ ਜੋ ਉਹਨੂੰ ਉਹਦੀ ਘਰਵਾਲੀ ਨੇ ਦਿੱਤੀ ਸੀ। ਸਾਨੂੰ ਬੱਚਾ ਹੋਣ ਵਾਲਾ ਹੈ। ਬਦਕਿਸਮਤੀ ਨਾਲ ਉਹਨਾਂ ਦੀ ਖੁਸ਼ੀ ਲੰਮੇ ਸਮੇਂ ਤੱਕ ਨਹੀਂ ਟਿਕੀ, ਕਿਉਂਕਿ ਜਨਾਨੀ ਬਹੁਤ ਬਿਮਾਰ ਹੋ ਗਈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਉਹਦਾ ਵਜ਼ਨ ਘਟਦਾ ਗਿਆ। ਜੇ ਉਹ ਛੇਤੀ ਠੀਕ ਨਾ ਹੁੰਦੀ ਤਾਂ ਆਪਣੇ ਬੱਚੇ ਨੂੰ ਗਵਾ ਸਕਦੀ ਸੀ। ਉਹਦੇ ਘਰ ਵਾਲੇ ਨੇ ਹਰ ਦਵਾਈ ਤੇ ਹਰ ਫਾਇਦੇਮੰਦ ਜੜੀ ਬੂਟੀ ਦੇ ਕੇ ਵੇਖਿਆ, ਪਰ ਉਹ ਠੀਕ ਨਹੀਂ ਹੋਈ। ਆਖਰਕਾਰ ਡਾਕਟਰ ਨੇ ਕਿਹਾ ਕਿ ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਉਹਦੀ ਘਰ ਵਾਲੀ ਠੀਕ ਹੋ ਸਕਦੀ ਹੈ। ਇੱਕ ਬੁਰੀ ਚੁੜੇਲ ਹੈ ਜਿਸ ਦੇ ਕੋਲ ਹੀ ਸਿਰਫ ਇਸ ਨੂੰ ਠੀਕ ਕਰਨ ਵਾਲੀ ਜੜੀ ਬੂਟੀ ਹੈ। ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਹੈ। ਆਦਮੀ ਆਪਣੀ ਸਾਰੀ ਹਿੰਮਤ ਜੁਟਾ ਕੇ ਚੁੜੈਲ ਦੇ ਮਹਿਲ ਵਿੱਚ ਗਿਆ ਤੇ ਦਰਵਾਜ਼ੇ ਤੇ ਦਸਤਕ ਦਿੱਤੀ। ਇੰਨਾ ਬੇਤੜਕ ਹੋ ਕੇ ਮੇਰਾ ਬੂਹਾ ਖੜਕਾ ਰਿਹਾ ਹੈ, ਲੱਗਦਾ ਕੋਈ ਜ਼ਰੂਰੀ ਗੱਲ ਹੈ। ਉਹ ਮੇਰੀ ਘਰ ਵਾਲੀ ਬਿਮਾਰ ਹੈ ਤੇ ਉਹਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੈਂ ਸੁਣਿਆ ਕਿ ਸਿਰਫ ਤੁਹਾਡੇ ਕੋਲੇ ਉਸ ਦੇ ਇਲਾਜ ਦੇ ਲਈ ਜੜੀ ਬੂਟੀ ਹੈ। ਅੱਛਾ, ਤੇ ਮੈਂ ਤੇਰੀ ਮਦਦ ਕਿਉਂ ਕਰਾਂ? ਮੈਂ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੈ ਤੇ ਜੇ ਉਹਦਾ ਇਲਾਜ ਨਾ ਕੀਤਾ ਗਿਆ ਤਾਂ ਦੋਹਾਂ ਨੂੰ ਗਵਾ ਬੈਠਾਂਗਾ। ਉਹਦੀ ਹਾਲਤ ਦੇ ਬਾਰੇ ਵਿੱਚ ਸੁਣ ਕੇ ਚੁੜੈਲ ਨੇ ਆਪਣਾ ਮਨ ਬਦਲ ਦਿੱਤਾ ਤੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਜੇ ਤੂੰ ਇੰਜ ਕਹਿ ਰਿਹਾ ਤਾਂ ਮੈਂ ਤੇਰੀ ਮਦਦ ਕਰਾਂਗੀ। ਚੁੜੈਲ ਨੇ ਉਹਦੇ ਇਲਾਜ ਵਾਲੀ ਜੜੀ ਬੂਟੀ ਦੇ ਦਿੱਤੀ। ਇਸ ਜੜੀ ਬੂਟੀ ਦੇ ਪੱਤਿਆਂ ਦਾ ਇੱਕ ਇੱਕ ਟੁਕੜਾ ਰੋਜ਼ ਆਪਣੀ ਘਰਵਾਲੀ ਨੂੰ ਖਵਾਈ, ਤੈਨੂੰ ਉਹ ਠੀਕ ਹੁੰਦੀ ਨਜ਼ਰ ਆਵੇਗੀ। ਆਦਮੀ ਖੁਸ਼ੀ ਦੇ ਮਾਰੇ ਭੱਜਦੇ ਹੋਏ ਘਰ ਪਹੁੰਚਿਆ। ਉਹਦੀ ਘਰਵਾਲੀ ਨੇ ਰੋਜ਼ ਪੱਤੇ ਦਾ ਇੱਕ ਟੁਕੜਾ ਖਾਧਾ। ਹੁਣ ਉਹਦੀ ਤਬੀਅਤ ਸੁਧਰਨ ਲੱਗੀ ਤੇ ਉਹਦਾ ਘਟਿਆ ਹੋਇਆ ਵਜ਼ਨ ਵੀ ਵਾਪਸ ਵਧਣ ਲੱਗਾ। ਪਰ ਕੁਝ ਦਿਨਾਂ ਬਾਅਦ ਚੁੜੈਲ ਦੀ ਦਿੱਤੀ ਹੋਈ ਜੜੀ ਬੂਟੀ ਖਤਮ ਹੋ ਗਈ। ਘਰਵਾਲੀ ਦੀ ਤਬੀਅਤ ਫਿਰ ਤੋਂ ਵਿਗੜ ਗਈ। ਇਸ ਵਾਰ ਬਹੁਤ ਹੀ ਘੱਟ ਸਮੇਂ ਵਿੱਚ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਕੋਈ ਉਪਾਅ ਨਾ ਹੋਣ ਕਰਕੇ ਆਦਮੀ ਨੇ ਫਿਰ ਤੋਂ ਚੁੜੈਲ ਦੇ ਮਹਿਲ ਦਾ ਦਰਵਾਜ਼ਾ ਖੜਕਾਇਆ। ਚੁੜੈਲ ਜਾਣਦੀ ਸੀ ਕਿ ਉਹ ਵਾਪਸ ਜ਼ਰੂਰ ਆਵੇਗਾ। ਇਹ ਉਹੀ ਬੀਜ ਹੈ ਜਿਸ ਨਾਲ ਤੇਰੀ ਘਰਵਾਲੀ ਠੀਕ ਹੋ ਸਕਦੀ ਹੈ। ਤੂੰ ਇਹਨਾਂ ਨੂੰ ਆਪਣੇ ਬਗੀਚੇ ਵਿੱਚ ਬੀਜ ਦੇਵੀਂ ਤੇ ਫਿਰ ਤੇਰੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਪਰ ਮੇਰੀ ਇੱਕ ਸ਼ਰਤ ਹੈ, ਜੇ ਤੇਰੇ ਘਰ ਬੱਚੀ ਜੰਮੀ ਤਾਂ ਤੂੰ ਉਹਨੂੰ ਮੈਨੂੰ ਦੇ ਦੇਂਗਾ। ਮੈਂ ਅਜਿਹੀ ਸ਼ਰਤ ਕਦੇ ਨਹੀਂ ਮੰਨ ਸਕਦਾ। ਤਾਂ ਦਫਾ ਹੋ ਜਾ ਇੱਥੋਂ। ਚੁੜੈਲ ਨੇ ਉਹਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ। ਦੁਖੀ ਹੋ ਕੇ ਆਦਮੀ ਘਰ ਵਾਪਸ ਆ ਗਿਆ। ਉਹ ਆਪਣੀ ਘਰਵਾਲੀ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ। ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਘਰਵਾਲੀ ਦੀ ਹਾਲਤ ਵਿਗੜਦੀ ਗਈ। ਹੁਣ ਬੱਚੇ ਨੂੰ ਵੀ ਖਤਰਾ ਵੱਧ ਗਿਆ ਸੀ। ਆਦਮੀ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ। ਜੇ ਉਹ ਚੁੜੈਲ ਦੀ ਸ਼ਰਤ ਨਹੀਂ ਮੰਨਦਾ ਤਾਂ ਉਹ ਘਰਵਾਲੀ ਤੇ ਬੱਚਾ ਦੋਹਾਂ ਨੂੰ ਗਵਾ ਦੇਵੇਗਾ। ਪਰ ਜੇ ਉਹ ਸ਼ਰਤ ਮੰਨ ਲੈਂਦਾ ਹੈ ਤੇ ਜੇ ਉਹਨੂੰ ਬੇਟਾ ਪੈਦਾ ਹੁੰਦਾ ਹੈ ਤਾਂ ਉਹਦੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਇਸ ਲਈ ਉਹਨੇ ਆਪਣਾ ਮਨ ਬਣਾ ਲਿਆ ਤੇ ਚੁੜੈਲ ਦੇ ਮਹਿਲ ਵਿੱਚ ਗਿਆ। ਉਹਨੇ ਚੁੜੈਲ ਦੀ ਸ਼ਰਤ ਮੰਨ ਲਈ
ਤੇ ਬੀਜ ਲੈ ਕੇ ਘਰ ਆ ਗਿਆ। ਚੁੜੈਲ ਦੇ ਦਿੱਤੇ ਹੋਏ ਬੀਜ ਉਹਨੇ ਆਪਣੇ ਬਗੀਚੇ ਵਿੱਚ ਬੋ ਦਿੱਤੇ। ਬੀਜ ਬਹੁਤ ਹੀ ਘੱਟ ਸਮੇਂ ਵਿੱਚ ਉੱਗ ਗਏ। ਆਦਮੀ ਨੇ ਆਪਣੇ ਘਰਵਾਲੀ ਨੂੰ ਬਗੀਚੇ ਵਿੱਚ ਉੱਗੇ ਹੋਏ ਪੱਤੇ ਖਵਾਏ। ਜਿਵੇਂ ਜਿਵੇਂ ਦਿਨ ਬੀਤਦੇ ਗਏ ਉਹਦੀ ਘਰਵਾਲੀ ਠੀਕ ਹੁੰਦੀ ਗਈ ਤੇ ਉਹਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਆਦਮੀ ਨੂੰ ਹੁਣ ਡਰ ਸਤਾ ਰਿਹਾ ਸੀ। ਉਸੇ ਦਿਨ ਰਾਜ ਮਹਿਲ ਵਿੱਚ ਇੱਕ ਜਸ਼ਨ ਮਨਾਇਆ ਜਾ ਰਿਹਾ ਸੀ। ਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਰਾਜਾ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹਦੇ ਬਾਅਦ ਉਹਦਾ ਰਾਜਕੁਮਾਰ ਸੀ ਜੋ ਭਵਿੱਖ ਵਿੱਚ ਰਾਜਾ ਬਣੇਗਾ। ਰਾਜ ਦੀ ਜਨਤਾ ਵੱਡੇ ਦਿਲ ਵਾਲੇ ਰਾਜਾ ਤੇ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਇੱਕ ਦਿਨ ਇਹਨਾਂ ਦੋਹਾਂ ਬੱਚਿਆਂ ਦੇ ਜੀਵਨ ਮਿਲਣਗੇ। ਜਨਾਨੀ ਆਦਮੀ ਦੀ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ। ਉਸੇ ਦਿਨ ਚੁੜੈਲ ਆਈ ਅਤੇ ਬੱਚੀ ਦੀ ਮੰਗ ਕੀਤੀ। ਜਨਾਨੀ ਆਦਮੀ ਨੇ ਭਾਰੀ ਮਨ ਨਾਲ ਬੱਚੀ ਚੁੜੈਲ ਨੂੰ ਸੌਂਪ ਦਿੱਤੀ। ਮੇਰੀ ਬੱਚੀ, ਮੇਰੀ ਬੱਚੀ। ਇਹ ਹੁਣ ਮੇਰੀ ਬੱਚੀ ਹੈ, ਪਰ ਫਿਕਰ ਨਾ ਕਰ, ਮੈਂ ਉਹਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ। ਮੈਂ ਉਹਦਾ ਨਾਂ ਰਪੰਜ਼ਲ ਰੱਖਦੀ ਆਂ। ਚੁੜੈਲ ਬੱਚੀ ਨੂੰ ਲੈ ਕੇ ਜੰਗਲ ਵਿੱਚ ਚਲੀ ਗਈ ਜਿੱਥੇ ਉਹਦਾ ਬਹੁਤ ਵੱਡਾ ਟਾਵਰ ਸੀ। ਚੁੜੈਲ ਪੌੜੀਆਂ ਤੋਂ ਟਾਵਰ ਦੇ ਬਹੁਤ ਉੱਪਰ ਚਲੀ ਗਈ। ਉਹ ਆਖਰੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਹੁੰਚੀ। ਉੱਥੇ ਚੁੜੈਲ ਨੇ ਬੱਚੀ ਨੂੰ ਇੱਕ ਭਗੂੜੇ ਵਿੱਚ ਰੱਖਿਆ। ਰਪੰਜ਼ਲ, ਮੇਰੀ ਸੋਹਣੀ ਬੱਚੀ। ਚੁੜੈਲ ਨੂੰ ਹੀ ਆਪਣੀ ਮਾਂ ਮੰਨ ਕੇ ਰਪੰਜ਼ਲ ਨੇ ਉਸ ਟਾਵਰ ਵਿੱਚ ਆਪਣਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਦਿਨ ਦੇ ਵੇਲੇ ਰਪੰਜ਼ਲ ਟਾਵਰ ਤੋਂ ਥੱਲੇ ਉਤਰ ਕੇ ਮਹਿਲ ਦੇ ਸਾਹਮਣੇ ਖੇਡਿਆ ਕਰਦੀ ਤੇ ਰਾਤ ਨੂੰ ਦੁਬਾਰਾ ਟਾਵਰ ਦੀ ਆਖਰੀ ਮੰਜ਼ਲ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਵਾਪਸ ਆ ਜਾਂਦੀ। ਚੁੜੈਲ ਨੇ ਰਪੰਜ਼ਲ ਦੇ ਸੁਨਹਿਰੇ ਵਾਲ ਕਦੇ ਨਹੀਂ ਕੱਟੇ। ਉਹ ਰੋਜ਼ ਉਹਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਦੀ। ਛੋਟੀ ਬੱਚੀ ਨੂੰ ਇਹ ਬਹੁਤ ਪਸੰਦ ਸੀ। ਦਿਨ ਗੁਜ਼ਰਦੇ ਗਏ। ਰਪੰਜ਼ਲ ਹੁਣ ਵੱਡੀ ਹੋ ਗਈ ਸੀ ਤੇ ਹੁਣ ਉਹ ਇੱਕ ਜਵਾਨ ਕੁੜੀ ਬਣ ਗਈ ਸੀ। ਇੱਕ ਦਿਨ ਚੁੜੈਲ ਟਾਵਰ ਦੇ ਕੋਲ ਗਈ ਤੇ ਰਪੰਜ਼ਲ ਨੂੰ ਬਾਹਰ ਸੱਦਿਆ। ਰਪੰਜ਼ਲ, ਮੇਰੀ ਸੋਹਣੀ ਧੀ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ। ਉਹਦੇ ਵਾਲ ਹੁਣ ਥੱਲੇ ਜ਼ਮੀਨ ਤੱਕ ਪਹੁੰਚ ਰਹੇ ਸੀ। ਬਹੁਤ ਵਧੀਆ। ਚੁੜੈਲ ਟਾਵਰ ਦੀ ਪੌੜੀਆਂ ਤੱਕ ਪਹੁੰਚ ਗਈ। ਫਿਰ ਆਖਰੀ ਪੌੜੀ ਤੇ ਖੜੇ ਹੋ ਕੇ ਉਹਨੇ ਕੁਝ ਜਾਦੂਈ ਸ਼ਬਦ ਕਹੇ ਤੇ ਪੌੜੀਆਂ ਡਿੱਗਣ ਲੱਗੀਆਂ। ਦੁਨੀਆ ਦੇ ਕੋਈ ਵੀ ਬੋਲ ਇਹਨਾਂ ਪੌੜੀਆਂ ਨੂੰ ਫਿਰ ਤੋਂ ਨਹੀਂ ਲਿਆ ਸਕਦੇ। ਜੋ ਵੀ ਹੋ ਰਿਹਾ ਸੀ ਉਹਨੂੰ ਹੈਰਾਨੀ ਨਾਲ ਵੇਖਦੇ ਹੋਏ ਰਪੰਜ਼ਲ ਸਮਝ ਗਈ ਸੀ ਕਿ ਉਹ ਟਾਵਰ ਤੋਂ ਥੱਲੇ ਕਦੇ ਨਹੀਂ ਉਤਰ ਸਕਦੀ। ਚੁੜੈਲ ਰੋਜ਼ ਟਾਵਰ ਤੋਂ ਥੱਲੇ ਉਤਰਨ ਦੇ ਲਈ ਰਪੰਜ਼ਲ ਦੇ ਵਾਲਾਂ ਦਾ ਇਸਤੇਮਾਲ ਕਰਦੀ ਤੇ ਸ਼ਾਮ ਨੂੰ ਵੀ ਟਾਵਰ ਦੇ ਥੱਲੇ ਆ ਕੇ ਰਪੰਜ਼ਲ ਨੂੰ ਸੱਦਦੀ। ਰਪੰਜ਼ਲ, ਰਪੰਜ਼ਲ, ਆਪਣੇ ਵਾਲ ਥੱਲੇ ਸੁੱਟ, ਤੇਰੀ ਮਾਂ ਆਈ ਏ। ਉਹਦੀ ਆਵਾਜ਼ ਸੁਣ ਕੇ ਰਪੰਜ਼ਲ ਆਪਣੇ ਵਾਲ ਥੱਲੇ ਸੁੱਟਦੀ ਤੇ ਉਹਨਾਂ ਵਾਲਾਂ ਦੇ ਸਹਾਰੇ ਚੜ੍ਹਦੇ ਹੋਏ ਚੁੜੈਲ ਉੱਤੇ ਆ ਜਾਂਦੀ। ਮਾਂ, ਤੂੰ ਮੈਨੂੰ ਟਾਵਰ ਦੇ ਬਾਹਰ ਕਿਉਂ ਨਹੀਂ ਜਾਣ ਦਿੰਦੀ? ਤੂੰ ਮੈਨੂੰ ਇੱਥੇ ਕਿਉਂ ਰੱਖਿਆ ਹੈ? ਮੇਰੀ ਪਿਆਰੀ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ, ਇਸ ਕਰਕੇ ਤੈਨੂੰ ਦੁਨੀਆ ਦੀ ਬੁਰਾਈ ਤੋਂ ਬਚਾਉਣਾ ਚਾਹੁੰਦੀ ਆਂ। ਰਪੰਜ਼ਲ ਸਾਰਾ ਦਿਨ ਗਾਣ ਵਿੱਚ ਅਤੇ ਜੋ ਪੰਛੀ ਉਹਦੀ ਬਾਰੀ ਤੇ ਆ ਕੇ ਬੈਠਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਹੋਏ ਗੁਜ਼ਾਰਦੀ। ਦੂਜੇ ਪਾਸੇ ਜੋ ਬੱਚਾ ਉਸੇ ਦਿਨ ਰਾਜ ਮਹਿਲ ਵਿੱਚ ਪੈਦਾ ਹੋਇਆ ਸੀ ਉਹ ਵੀ ਹੁਣ ਜਵਾਨ ਹੋ ਗਿਆ ਸੀ। ਰਾਜਾ ਹੁਣ ਬੁੱਢਾ ਹੋ ਚੱਲਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਉਹਦਾ ਜਵਾਨ ਬੇਟਾ ਉਹਦੀ ਗੱਦੀ ਸੰਭਾਲੇ, ਰਾਜਕੁਮਾਰੀ ਨਾਲ ਵਿਆਹ ਕਰੇ ਤੇ ਉਸ ਨੂੰ ਪੋਤਰਾ ਦੇਵੇ। ਬਾਕੀ ਰਾਜਾਂ ਦੀ ਕਈ ਰਾਜਕੁਮਾਰੀਆਂ ਮਹਿਲ ਵਿੱਚ ਆ ਕੇ ਜਾਂਦੀਆਂ, ਪਰ ਰਾਜਕੁਮਾਰ ਨੂੰ ਕੋਈ ਵੀ ਆਪਣੀ ਪਤਨੀ ਦੇ ਰੂਪ ਵਿੱਚ ਨਹੀਂ ਪਾਈ। ਆਖਰ ਰਾਜਕੁਮਾਰ ਇੱਕ ਲੰਮੀ ਯਾਤਰਾ ਤੇ ਨਿਕਲ ਪਿਆ ਆਪਣੇ ਅਸਲੀ ਪਿਆਰ ਦੀ ਖੋਜ ਵਿੱਚ।
ਜਦ ਉਹ ਜੰਗਲ ਦੇ ਕੋਲ ਪਹੁੰਚਿਆ ਜਿੱਥੇ ਉਹ ਟਾਵਰ ਬਣਿਆ ਹੋਇਆ ਲੁਕਿਆ ਹੋਇਆ ਸੀ, ਉਹਨੇ ਆਪਣੇ ਆਦਮੀਆਂ ਨੂੰ ਪੁੱਛਿਆ, ਮੈਂ ਇਸ ਜੰਗਲ ਵਿੱਚੋਂ ਕਦੇ ਨਹੀਂ ਗਿਆ। ਚਲੋ ਅੱਜ ਇਸ ਜੰਗਲ ਤੋਂ ਲੰਘਦੇ ਹਾਂ, ਸ਼ਾਇਦ ਸਾਨੂੰ ਕੋਈ ਵਧੀਆ ਰਸਤਾ ਮਿਲ ਜਾਵੇ। ਰਾਜਕੁਮਾਰ, ਇਹ ਜਾਦੂਈ ਜੰਗਲ ਹੈ। ਅਸੀਂ ਸੁਣਿਆ ਕਿ ਜੋ ਵੀ ਇਹਦੇ ਅੰਦਰ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਤੂੰ ਕਹਿ ਰਿਹਾ ਹੈ, ਸ਼ਾਇਦ ਇਹ ਕੋਈ ਅਫਵਾਹ ਹੋਵੇ। ਆਪ ਚੱਲ ਕੇ ਵੇਖਦੇ ਹਾਂ। ਰਾਜਕੁਮਾਰ ਅਤੇ ਉਹਦੇ ਆਦਮੀ ਜੰਗਲ ਵਿੱਚ ਦਾਖਲ ਹੋਏ। ਰਾਜਕੁਮਾਰ ਨੂੰ ਖੁਦ ਤੇ ਭਰੋਸਾ ਸੀ, ਪਰ ਉਹਦੇ ਆਦਮੀਆਂ ਨੂੰ ਨਹੀਂ। ਕੁਝ ਦੇਰ ਬਾਅਦ ਉਹਨਾਂ ਨੂੰ ਉਹ ਟਾਵਰ ਨਜ਼ਰ ਆਇਆ ਜਿੱਥੇ ਰਪੰਜ਼ਲ ਰਹਿੰਦੀ ਸੀ। ਫਿਰ ਉਹਨਾਂ ਨੇ ਰਪੰਜ਼ਲ ਦਾ ਗਾਣਾ ਸੁਣਿਆ। ਕਿੰਨੀ ਮਿੱਠੀ ਆਵਾਜ਼ ਹੈ। ਟਾਵਰ ਦੇ ਨੇੜੇ ਪਹੁੰਚ ਕੇ ਰਾਜਕੁਮਾਰ ਨੇ ਉਹਦਾ ਗਾਣਾ ਸੁਣਿਆ ਤੇ ਕੁਝ ਦੇਰ ਤੱਕ ਉਹਦੀ ਸੁੰਦਰਤਾ ਨੂੰ ਨਿਹਾਰਦਾ ਰਿਹਾ। ਉਸੇ ਵੇਲੇ ਚੁੜੈਲ ਉੱਥੇ ਆਈ ਤੇ ਉਹਨੇ ਰਪੰਜ਼ਲ ਨੂੰ ਸੱਦਿਆ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਚੁੜੈਲ ਦੀ ਆਵਾਜ਼ ਸੁਣ ਕੇ ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ ਤੇ ਉਹ ਚੁੜੈਲ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਅੱਛਾ, ਰਾਜਕੁਮਾਰ ਨੇ ਕੁਝ ਸਮਾਂ ਟਾਵਰ ਦੇ ਆਲੇ ਦੁਆਲੇ ਘੁੰਮਣ ਦਾ ਫੈਸਲਾ ਕੀਤਾ ਅਤੇ ਰਪੰਜ਼ਲ ਨੂੰ ਵੇਖਦਾ ਰਿਹਾ। ਚੁੜੈਲ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਹਰ ਸਵੇਰੇ ਥੱਲੇ ਆਂਦੀ ਅਤੇ ਰਾਤ ਨੂੰ ਉੱਤੇ ਚੜ੍ਹਦੀ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਆਖਰ ਇੱਕ ਦਿਨ ਰਾਜਕੁਮਾਰ ਆਪਣੀ ਸਾਰੀ ਹਿੰਮਤ ਜੁਟਾ ਕੇ ਜਦੋਂ ਚੁੜੈਲ ਉੱਥੇ ਨਹੀਂ ਸੀ, ਟਾਵਰ ਦੇ ਕੋਲ ਗਿਆ ਅਤੇ ਪੁਕਾਰਿਆ, ਰਪੰਜ਼ਲ, ਰਪੰਜ਼ਲ। ਰਪੰਜ਼ਲ ਪਹਿਲੀ ਵਾਰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦੀ ਆਵਾਜ਼ ਸੁਣ ਰਹੀ ਸੀ। ਪਹਿਲਾਂ ਉਹ ਝਿਜਕ ਰਹੀ ਸੀ, ਪਰ ਬਾਅਦ ਵਿੱਚ ਉਹ ਉਤਸੁਕ ਸੀ ਇਹ ਦੇਖਣ ਲਈ ਕਿ ਕੌਣ ਹੋ ਸਕਦਾ ਹੈ। ਇਸ ਲਈ ਉਹਨੇ ਬਾਰੀ ਤੋਂ ਥੱਲੇ ਵੇਖਿਆ। ਉਹਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਥੱਲਿਓਂ ਉਹਦੇ ਵੱਲ ਵੇਖ ਰਿਹਾ ਸੀ। ਤੂੰ ਕੌਣ ਹੈ ਤੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਮੈਂ ਇਸ ਰਾਜ ਦਾ ਰਾਜਕੁਮਾਰ ਹਾਂ। ਮੈਂ ਤੇਰੀ ਮਨਮੋਹਣੀ ਆਵਾਜ਼ ਸੁਣੀ ਤੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਤੈਨੂੰ ਮੇਰੇ ਕੋਲੋਂ ਕੋਈ ਖਤਰਾ ਨਹੀਂ। ਮੈਂ ਵਾਅਦਾ ਕਰਦਾ ਹਾਂ, ਕਿਰਪਾ ਕਰਕੇ ਥੱਲੇ ਆ ਤਾਂ ਕਿ ਅਸੀਂ ਗੱਲ ਕਰ ਸਕੀਏ। ਮੈਂ ਨਹੀਂ ਆ ਸਕਦੀ, ਇੱਥੇ ਪੌੜੀਆਂ ਨਹੀਂ ਨੇ। ਉਸੇ ਵੇਲੇ ਰਪੰਜ਼ਲ ਨੇ ਚੁੜੈਲ ਮਾਂ ਨੂੰ ਆਂਦੇ ਵੇਖਿਆ। ਛੇਤੀ ਚਲੇ ਜਾਓ ਇੱਥੋਂ, ਨਹੀਂ ਤਾਂ ਮੇਰੀ ਮਾਂ ਤੁਹਾਨੂੰ ਵੇਖ ਲਵੇਗੀ। ਰਾਜਕੁਮਾਰ ਫਟਾਫਟ ਪੇੜ ਦੇ ਪਿੱਛੇ ਲੁਕ ਗਿਆ। ਟਾਵਰ ਦੇ ਕੋਲ ਪਹੁੰਚ ਕੇ ਚੁੜੈਲ ਨੇ ਪੁਕਾਰਿਆ ਤੇ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਰਾਜਕੁਮਾਰ ਰੋਜ਼ ਆਣ ਲੱਗਿਆ। ਹੁਣ ਉਹ ਦੋਸਤ ਬਣ ਗਏ ਸੀ। ਹੁਣ ਤੱਕ ਉਹ ਜਾਣ ਚੁੱਕੀ ਸੀ ਕਿ ਉਹਨੂੰ ਰਾਜਕੁਮਾਰ ਤੋਂ ਕੋਈ ਖਤਰਾ ਨਹੀਂ। ਇਸ ਲਈ ਉਹਨੇ ਆਪਣੇ ਵਾਲ ਥੱਲੇ ਸੁੱਟੇ। ਰਾਜਕੁਮਾਰ ਉਹਦੇ ਵਾਲਾਂ ਦੇ ਸਹਾਰੇ ਸਹਾਰੇ ਉੱਤੇ ਚੜ ਗਿਆ। ਰਪੰਜ਼ਲ ਬਹੁਤ ਖੁਸ਼ ਸੀ। ਉਹਨੇ ਪਹਿਲਾਂ ਕਦੇ ਕੋਈ ਆਦਮੀ ਨਹੀਂ ਵੇਖਿਆ ਸੀ ਅਤੇ ਅੱਜ ਰਾਜਕੁਮਾਰ ਉਹਦੇ ਸਾਹਮਣੇ ਖੜਾ ਸੀ। ਤੇਰੀ ਮਾਂ ਨੇ ਤੈਨੂੰ ਇਸ ਟਾਵਰ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ? ਮਾਂ ਮੈਨੂੰ ਕਹਿੰਦੀ ਹੈ ਕਿ ਇਹ ਦੁਨੀਆ ਬੁਰਾਈ ਨਾਲ ਭਰੀ ਹੋਈ ਹੈ। ਉਹ ਮੇਰੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤੇ ਹੱਸਣ ਵਾਲੀ ਗੱਲ ਹੈ। ਭਲਾ ਕਦੀ ਕੋਈ ਮਾਂ ਵੀ ਆਪਣੀ ਧੀ ਨੂੰ ਅਜਿਹੀ ਥਾਂ ਤੇ ਬੰਦੀ ਬਣਾ ਕੇ ਰੱਖੇਗੀ? ਹਾਂ, ਇਹ ਸੱਚ ਹੈ ਕਿ ਦੁਨੀਆ ਵਿੱਚ ਬੁਰਾਈ ਹੈ, ਪਰ ਫਿਰ ਵੀ ਸੁੰਦਰਤਾ ਵੀ ਤਾਂ ਕੋਈ ਚੀਜ਼ ਹੈ ਨਾ। ਰਪੰਜ਼ਲ ਇਹ ਵੇਖਣ ਦੇ ਲਈ ਉਤਸੁਕ ਸੀ ਕਿ ਕੀ ਰਾਜਕੁਮਾਰ ਜੋ ਕਹਿ ਰਿਹਾ ਉਹ ਸੱਚ ਹੈ, ਅਤੇ ਉਹ ਵੀ ਬਾਹਰ ਦੀ ਦੁਨੀਆ ਨੂੰ ਵੇਖਣਾ ਤੇ ਜਾਣਨਾ ਚਾਹੁੰਦੀ ਸੀ। ਆਖਰਕਾਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਕੱਠੇ ਭੱਜਣ ਦਾ ਫੈਸਲਾ ਕੀਤਾ। ਉਸ ਰਾਤ ਜਦੋਂ ਚੁੜੈਲ ਟਾਵਰ ਤੇ ਪਹੁੰਚੀ, ਉਹਨੇ ਰਪੰਜ਼ਲ ਦੇ ਵਾਲ ਥੱਲੇ ਸੁੱਟੇ ਹੋਏ ਵੇਖੇ। ਰਪੰਜ਼ਲ ਨੇ ਮੈਨੂੰ ਆਂਦੇ ਹੋਏ ਵੇਖ ਲਿਆ, ਸ਼ਾਇਦ ਇਸੇ ਕਰਕੇ ਵਾਲ ਥੱਲੇ ਸੁੱਟੇ ਨੇ। ਟਾਵਰ ਚੜ੍ਹਨ ਤੋਂ ਬਾਅਦ ਉਹਨੇ ਵੇਖਿਆ ਕਿ ਰਪੰਜ਼ਲ ਦੇ ਵਾਲ ਕੱਟ ਕੇ ਬਾਰੀ ਦੇ ਨਾਲ ਬੰਨੇ ਹੋਏ ਸੀ ਤੇ ਰਪੰਜ਼ਲ ਕਿਧਰੇ ਵੀ ਨਹੀਂ ਸੀ। ਉਸੇ ਪਲ ਉਹਨੂੰ ਅਹਿਸਾਸ ਹੋਇਆ ਕਿ ਰਪੰਜ਼ਲ ਭੱਜ ਗਈ ਹੈ। ਰਪੰਜ਼ਲ ਨੇ ਆਪਣੇ ਵਾਲ ਕੱਟ ਕੇ ਬਾਰੀ ਨਾਲ ਬੰਨ੍ਹ ਦਿੱਤੇ ਸੀ
ਤੇ ਉਸੇ ਦੇ ਸਹਾਰੇ ਉਹ ਤੇ ਰਾਜਕੁਮਾਰ ਟਾਵਰ ਤੋਂ ਥੱਲੇ ਉਤਰੇ ਸੀ। ਰਪੰਜ਼ਲ, ਰਪੰਜ਼ਲ, ਤੂੰ ਮੈਨੂੰ ਧੋਖਾ ਦੇਣ ਦੀ ਹਿੰਮਤ ਕਿਵੇਂ ਕੀਤੀ? ਇਸੇ ਦਰਮਿਆਨ ਰਪੰਜ਼ਲ ਤੇ ਰਾਜਕੁਮਾਰ ਉਸ ਜਾਦੂਈ ਜੰਗਲ ਤੋਂ ਬਾਹਰ ਆਏ। ਜੰਗਲ ਜਾਦੂਈ ਹੋਣ ਦੀ ਕਹਾਣੀ ਚੁੜੈਲ ਦੀ ਬਣਾਈ ਹੋਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉੱਥੇ ਆ ਕੇ ਰਪੰਜ਼ਲ ਨੂੰ ਵੇਖੇ। ਰਪੰਜ਼ਲ ਤੇ ਰਾਜਕੁਮਾਰ ਆਖਰਕਾਰ ਮਹਿਲ ਵਿੱਚ ਪਹੁੰਚੇ। ਰਪੰਜ਼ਲ ਦੇ ਨਾਲ ਰਾਜਕੁਮਾਰ ਰਾਜਾ ਤੇ ਰਾਣੀ ਦੇ ਸਾਹਮਣੇ ਗਿਆ ਤੇ ਵੇਖਿਆ ਕਿ ਰਾਜਾ ਇੱਕਦਮ ਸਿਹਤਮੰਦ ਉਹਦੇ ਸਾਹਮਣੇ ਖੜੇ ਸੀ। ਪਿਤਾ ਜੀ, ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਹੋ। ਇਹ ਕਿਵੇਂ ਹੋਇਆ? ਇੱਕ ਜੜੀ ਬੂਟੀ ਨੇ ਤੇਰੇ ਪਿਤਾ ਜੀ ਨੂੰ ਸਿਹਤਮੰਦ ਕੀਤਾ ਮੇਰੇ ਪੁੱਤਰ। ਕੀ ਕਹਿੰਦੇ ਨੇ ਉਸਨੂੰ? ਰਪੰਜ਼ਲ। ਰਪੰਜ਼ਲ? ਰਾਜਕੁਮਾਰ ਨੇ ਉਹਨਾਂ ਨੂੰ ਸਭ ਦੱਸਿਆ ਜੋ ਵੀ ਉਹਦੇ ਨਾਲ ਹੋਇਆ ਸੀ। ਰਾਜਾ ਨੇ ਦੱਸਿਆ ਕਿ ਇੱਕ ਬੁੱਢੇ ਜਨਾਨੀ ਆਦਮੀ ਨੇ ਉਹਨਾਂ ਨੂੰ ਉਹ ਜੜੀ ਬੂਟੀ ਦਿੱਤੀ ਸੀ ਤੇ ਉਹਨਾਂ ਨੂੰ ਬੁਰੀ ਚੁੜੈਲ ਦੀ ਕਹਾਣੀ ਵੀ ਸੁਣਾਈ ਕਿ ਕਿਵੇਂ ਉਹ ਉਹਨਾਂ ਦੀ ਬੇਟੀ ਨੂੰ ਪੈਦਾ ਹੁੰਦੇ ਹੀ ਲੈ ਗਈ ਸੀ। ਰਾਜਕੁਮਾਰ ਤੇ ਰਪੰਜ਼ਲ ਉਸ ਬੁੱਢੇ ਜਨਾਨੀ ਆਦਮੀ ਦੇ ਘਰ ਗਏ। ਜਿਵੇਂ ਹੀ ਉਸ ਜਨਾਨੀ ਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਵੇਖਿਆ, ਉਹਨੇ ਪਛਾਣ ਲਿਆ ਕਿ ਉਹ ਉਹਨਾਂ ਦੀ ਹੀ ਧੀ ਰਪੰਜ਼ਲ ਹੈ, ਜਿਸ ਨੂੰ ਚੁੜੈਲ ਉਹਨਾਂ ਦੇ ਕੋਲੋਂ ਖੋਹ ਕੇ ਲੈ ਗਈ ਸੀ। ਮੇਰੀ ਧੀ, ਮੇਰੀ ਬੱਚੀ, ਆਖਰ ਤੂੰ ਮੈਨੂੰ ਮਿਲ ਹੀ ਗਈ। ਪੂਰੀ ਕਹਾਣੀ ਸੁਣ ਕੇ ਰਪੰਜ਼ਲ ਸਮਝ ਗਈ ਕਿ ਇਹ ਉਸਦੇ ਹੀ ਮਾਪਿਓ ਹਨ। ਉਹ ਉਹਨਾਂ ਦੀ ਗੱਲ ਜਾ ਲੱਗੀ। ਰਾਜਕੁਮਾਰ ਤੇ ਰਪੰਜ਼ਲ ਦਾ ਵਿਆਹ ਹੋਇਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਤਾਂ ਟਾਵਰ ਵਿੱਚ ਫਸੀ ਚੁੜੈਲ ਦੇ ਨਾਲ ਕੀ ਹੋਇਆ? ਰਾਜਾ ਨੇ ਚੁੜੈਲ ਨੂੰ ਫੜਿਆ ਤੇ ਉਸੇ ਟਾਵਰ ਵਿੱਚ ਕੈਦ ਕਰ ਦਿੱਤਾ ਤੇ ਟਾਵਰ ਦੇ ਥੱਲੇ ਸੈਨਿਕ ਤੈਨਾਤ ਕਰ ਦਿੱਤੇ ਤਾਂ ਜੋ ਚੁੜੈਲ ਉੱਥੋਂ ਭੱਜ ਨਾ ਸਕੇ। ਚੁੜੈਲ ਦੇ ਨਾਲ ਹੀ ਉਹਦੇ ਗਹਿਰੇ ਜਾਦੂਈ ਰਹੱਸ ਵੀ ਗਾਇਬ ਹੋ ਗਏ। ਸਨੋ ਵਾਈਟ ਤੇ ਗੁੰਮਸ਼ੁਦਾ ਰਾਜਕੁਮਾਰ। ਇੱਕ ਵੇਲੇ ਦੀ ਗੱਲ ਹੈ, ਇੱਕ ਦੇਸ਼ 'ਚ ਸਭ ਤੋਂ ਲਿਸ਼ਕਦਾ, ਸਭ ਤੋਂ ਚਿੱਟਾ, ਸਭ ਤੋਂ ਵੱਡਾ ਮਹਿਲ ਸੀ, ਜਿੱਥੇ ਸਨੋ ਵਾਈਟ ਤੇ ਪ੍ਰਿੰਸ ਐਂਟਵਾਨ ਰਹਿੰਦੇ ਸੀ। ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਸਵੇਰੇ ਸਵੇਰੇ ਉਹ ਬਾਗ 'ਚ ਨਾਲ-ਨਾਲ ਸੈਰ ਕਰਦੇ। ਦੁਪਹਿਰ 'ਚ ਉਹ ਆਪਣੇ ਘੋੜਿਆਂ ਦੀ ਸਵਾਰੀ ਕਰਦੇ। ਸ਼ਾਮ ਨੂੰ ਉਹ ਆਪਣੇ ਮਹਿਲ ਦੇ ਹਾਲ ਵਿੱਚ ਨਾਲ-ਨਾਲ ਨੱਚਦੇ ਸੀ। ਸਨੋ ਵਾਈਟ, ਤੂੰ ਕਿੰਨੀ ਸੋਹਣੀ ਹੈ। ਤੂੰ ਹਰ ਰਾਤ ਮੇਰੇ ਦਿਲ ਨੂੰ ਰੋਸ਼ਨ ਕਰ ਦਿੰਦੀ ਹੈ। ਜਦ ਤੱਕ ਤੁਸੀਂ ਮੇਰੇ ਰਾਜਕੁਮਾਰ ਹੋ, ਮੈਂ ਤਾਰਿਆਂ ਵਾਂਗ ਰੋਜ਼ ਚਮਕਦੀ ਰਹਾਂਗੀ। ਆਖਰ 'ਚ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਂਤੀ ਵਾਲਾ ਮਾਹੌਲ ਮਿਲਿਆ। ਜਦ ਤੋਂ ਬੁਰਾਈ ਕਰਨ ਵਾਲੀ ਰਾਣੀ ਹੈਲਾ ਤੇ ਪ੍ਰਤੀਬੰਧ ਲਾਇਆ ਗਿਆ ਸੀ ਤੇ ਉਹਨੂੰ ਹਨੇਰੇ ਜੰਗਲ ਵਿੱਚ ਕੈਦ ਕਰ ਦਿੱਤਾ ਗਿਆ ਸੀ। ਪਰ ਹਨੇਰੇ ਜੰਗਲ ਵਿੱਚ ਦੁਸ਼ਟ ਰਾਣੀ ਨੇ ਆਪਣੇ ਮਹਿਲ ਨੂੰ ਜ਼ਹਿਰੀਲੀ ਮਿੱਟੀ ਨਾਲ ਬਣਾਇਆ ਸੀ। ਉਹਦੇ ਅਨਾੜੀ ਨੌਕਰ ਡੰਕੋਵ ਨੇ ਉਹਦੀ ਇਮਾਨਦਾਰੀ ਨਾਲ ਸੇਵਾ ਕੀਤੀ ਤੇ ਹੁਣ ਹੈਲਾ ਨੇ ਸਨੋ ਵਾਈਟ ਦੀ ਜਾਸੂਸੀ ਕਰਨ ਲਈ ਇੱਕ ਜਾਦੂਈ ਗਲੋਬ ਬਣਾਇਆ। ਗਲੋਬ ਮੈਨੂੰ ਖੁਸ਼ ਕਰ ਦੇ ਸਨੋ ਵਾਈਟ, ਇਹਦੇ 'ਚ ਦਿਖਾ ਦੇ। ਮੈਨੂੰ ਸਨੋ ਵਾਈਟ ਤੋਂ ਨਫ਼ਰਤ ਹੈ। ਉਹ ਬਹੁਤ ਸੋਹਣੀ ਹੈ। ਮੈਂ ਤੇਰੇ ਅਨਮੁੱਲੇ ਰਾਜਕੁਮਾਰ ਨੂੰ ਖਤਮ ਕਰ ਦਿਆਂਗੀ ਤੇ ਉਦੋਂ ਤੇਰਾ ਸੋਹਣਾਪਣ ਦੁੱਖ ਵਿੱਚ ਬਦਲ ਜਾਏਗਾ। ਤੁਸੀਂ ਸਭ ਤੋਂ ਸੋਹਣੇ ਹੋ ਮੇਰੀ ਰਾਣੀ ਜੀ। ਤੁਸੀਂ ਮੇਰੇ ਤੋਂ ਵੀ ਵੱਧ ਸੋਹਣੇ ਹੋ। ਚਲਾ ਜਾ ਡੰਕੋਵ, ਮੈਂ ਤੇਰਾ ਬਦਸੂਰਤ ਚਿਹਰਾ ਨਹੀਂ ਵੇਖਣਾ ਚਾਹੁੰਦੀ। ਦੁਸ਼ਟ ਰਾਣੀ ਨੇ ਆਪਣੇ ਗਲੋਬ 'ਚ ਰਾਜਕੁਮਾਰ ਨੂੰ ਮਹਿਲ ਤੋਂ ਬਾਹਰ ਨਿਕਲਦੇ ਵੇਖਿਆ। ਹੈਲਾ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਹਦੀ ਭੈੜੀ ਯੋਜਨਾ ਦੀ ਕਲਪਨਾ ਕੀਤੀ ਤੇ ਫਿਰ ਜਾਦੂ ਦੇ ਸ਼ੀਸ਼ੇ ਨੂੰ ਆਵਾਜ਼ ਲਾਈ, ਜਿਹੜਾ ਹੁਣ ਵੀ ਸਮੁੰਦਰ ਦੇ ਤੱਲੇ ਉੱਤੇ ਸੀ। ਕਾਲੇ ਸ਼ੀਸ਼ੇ, ਡੂੰਘੇ, ਗੋਲ ਤੇ ਸਪਾਟ, ਰਾਜਕੁਮਾਰ ਦੇ ਮੂਹਰੇ ਜਾ ਬਣ ਕੇ ਇੱਕ ਅਣਦੇਖਿਆ ਜਾਲ। ਜਾਦੂ ਦਾ ਕਾਲਾ ਸ਼ੀਸ਼ਾ ਸਮੁੰਦਰ ਤੋਂ ਗਾਇਬ ਹੋ ਗਿਆ ਤੇ ਫਿਰ ਰਾਜਕੁਮਾਰ ਦੇ ਰਾਜ ਇੱਕ ਪੇੜ ਦੇ ਮੂਹਰੇ ਚਲਾ ਗਿਆ। ਉਹ ਅਦ੍ਰਿਸ਼ ਹੋ ਗਿਆ ਤਾਂ ਜੋ ਰਾਜਕੁਮਾਰ ਨੂੰ ਫਸਾ ਸਕੇ।
ਇੱਥੇ ਮਹਿਲ ਵਿੱਚ ਸਨੋ ਵਾਈਟ ਦੇ ਸਭ ਤੋਂ ਕਰੀਬੀ ਦੋਸਤ 7 ਬੌਨੇ ਖਜ਼ਾਨਾ 'ਚ ਕੰਮ ਕਰਨ ਜਾ ਰਹੇ ਸੀ। ਰੋਜ਼ ਸਵੇਰੇ ਸਨੋ ਵਾਈਟ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਚੁੰਮ ਲੈਂਦੀ ਸੀ। ਮੇਰੇ 7 ਬੋਨਿਆਂ ਨੂੰ ਬਾਏ ਬਾਏ। ਰਾਜਕੁਮਾਰ ਨੇ ਆਪਣੀ ਖਦਾਨ 'ਚ ਡੂੰਘੀ ਖੁਦਾਈ ਕਰਨ ਲਈ ਬੋਨਿਆਂ ਨੂੰ ਕੰਮ ਤੇ ਰੱਖਿਆ ਸੀ ਤੇ ਮਹਿਲ ਲਈ ਕੀਮਤੀ ਰਤਨ ਇਕੱਠੇ ਕੀਤੇ ਸੀ। ਵੇਖੋ ਵੇਖੋ ਉਹ ਕੀ ਹੈ? ਓ ਕਿੰਨਾ ਲਿਸ਼ਕਦਾ ਹੈ। ਅੱਛਾ ਸਿਲੀ, ਵੇਖ ਤੂੰ ਕੀ ਕੀਤਾ ਹੈ, ਤੂੰ ਪੂਰਾ ਗੜਬੜ ਕਰ ਦਿੱਤਾ ਹੈ। ਖੜ ਜਾਓ ਇੱਥੇ ਵੇਖੋ, ਇੱਥੇ ਹੋਰ ਵੀ ਬਹੁਤ ਕੁਝ ਹੈ। ਓਏ ਤੂੰ ਸਹੀ ਕਿਹਾ, ਇੱਥੇ ਰੌਕ ਵਿੱਚ ਹੋਰ ਵੀ ਬਹੁਤ ਕੁਝ ਹੈ। ਬੌਨਿਆਂ ਨੂੰ ਇਹ ਪਤਾ ਨਹੀਂ ਸੀ, ਪਰ ਉਹਨਾਂ ਨੂੰ ਬਹੁਤ ਅਨਮੋਲ ਜਾਦੂਈ ਧੂੜ ਮਿਲੀ ਸੀ। ਇਹ ਬਹੁਤ ਚਮਕੀਲੀ ਸੀ, ਇਸ ਲਈ ਉਹਨਾਂ ਨੇ ਇਹ ਆਪਣੀ ਛੋਟੀ ਪੋਟਲੀ ਵਿੱਚ ਭਰ ਲਈ ਤੇ ਫਿਰ ਵਾਪਸ ਮਹਿਲ ਦੇ ਰਸਤੇ ਤੇ ਤੁਰ ਪਏ। ਥੋੜਾ ਤੁਹਾਡੇ ਲਈ, ਥੋੜਾ ਮੇਰੇ ਲਈ, ਅਸੀਂ ਚੱਲਦੇ ਹਾਂ ਵਾਪਸ ਮਹਿਲ ਦੇ ਵਿੱਚ, ਵਾਪਸ ਮਹਿਲ ਦੇ ਵਿੱਚ, ਅਸੀਂ ਚੱਲਦੇ ਹਾਂ ਵਾਪਸ ਮਹਿਲ ਦੇ ਵਿੱਚ। ਰਾਜ ਦੇ ਦੂਜੇ ਕੰਢੇ ਤੇ ਰਾਜਕੁਮਾਰ ਐਂਟਵਾਨ ਆਪਣੇ ਚਿੱਟੇ ਘੋੜੇ ਪ੍ਰੈਗੋ ਦੇ ਨਾਲ ਸੜਕ ਤੇ ਸਫ਼ਰ ਕਰ ਰਿਹਾ ਸੀ। ਉਹ ਆਪਣੀ ਵਹੁਟੀ ਸਨੋ ਵਾਈਟ ਲਈ ਕੁਝ ਪਿਆਰੇ ਲਾਲ ਗੁਲਾਬ ਚੁਣ ਰਿਹਾ ਸੀ ਤੇ ਫਿਰ ਉਸਨੇ ਇੱਕ ਸੋਹਣਾ ਲਾਲ ਗੁਲਾਬ ਵੇਖਿਆ ਤੇ ਉੱਥੇ ਤੱਕ ਆਪਣੇ ਘੋੜੇ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ। ਚੱਲ ਪ੍ਰੇਗੋ, ਓਏ ਇੱਥੇ ਰੁਕ। ਓ ਬਹੁਤ ਵਧੀਆ। ਪਰ ਰਾਜਕੁਮਾਰ ਨੇ ਉਹਦੇ ਸਾਹਮਣੇ ਕਾਲਾ ਸ਼ੀਸ਼ਾ ਨਹੀਂ ਵੇਖਿਆ। ਜਿਵੇਂ ਹੀ ਉਹ ਫੁੱਲ ਲਈ ਪਹੁੰਚਿਆ, ਉਹਦਾ ਹੱਥ ਗਾਇਬ ਹੋ ਗਿਆ। ਫਿਰ ਵੀ ਉਹ ਅੱਗੇ ਵੱਧਦਾ ਰਿਹਾ ਜਦ ਤੱਕ ਉਹ ਪੂਰੀ ਤਰ੍ਹਾਂ ਸ਼ੀਸ਼ੇ ਵਿੱਚ ਚਲਾ ਨਹੀਂ ਗਿਆ। ਉਹਦਾ ਘੋੜਾ ਪ੍ਰੈਗੋ ਹੈਰਾਨ ਤੇ ਡਰਿਆ ਹੋਇਆ ਸੀ ਤੇ ਉਹ ਵਾਪਸ ਭੱਜ ਕੇ ਮਹਿਲ ਵਿੱਚ ਗਿਆ। ਅੰਦਰ ਡੂੰਘੇ ਸ਼ੀਸ਼ੇ ਵਿੱਚ ਘੋਰ ਜੰਗਲ ਸੀ ਜਿੱਥੇ ਰਾਜਕੁਮਾਰ ਜ਼ਮੀਨ ਤੇ ਲੇਟਿਆ ਸੀ। ਇਹ ਸਭ ਹੈਲਾ ਦੀ ਯੋਜਨਾ ਦਾ ਹਿੱਸਾ ਸੀ। ਸੋਹਣੀ ਪ੍ਰਿੰਸ ਐਂਟਵਾਨ, ਸੌਂਦੇ ਹੋਏ ਮੈਂ ਇਹ ਕੰਮ ਕਰਨ ਲਈ ਤੁਹਾਨੂੰ ਦਿਲ ਤੋਂ ਆਗਿਆ ਦਿੰਨੀ ਆ। ਆਪਣੀ ਕੀਮਤੀ ਸਨੋ ਵਾਈਟ ਦੀ ਸਾਰੀਆਂ ਯਾਦਾਂ ਨੂੰ ਇਕੱਠਾ ਕਰੋ ਤੇ ਹਰ ਚੀਜ਼ ਬਾਰੇ ਭੁੱਲ ਜਾਓ। ਨਾਲੇ ਆਪਣੀ ਇੱਛਾ ਤੇ ਆਪਣੀ ਤਾਕਤ ਦੇ ਨਾਲ ਮੇਰੀ ਸੇਵਾ ਕਰੋ। ਫਿਰ ਰਾਜਕੁਮਾਰ ਐਂਟਵਾਨ ਜਾਗ ਗਿਆ ਤੇ ਅੱਖਾਂ ਲਾਲ ਹੋ ਗਈਆਂ। ਉਹਦਾ ਦਿਮਾਗ ਸਨੋ ਵਾਈਟ ਨੂੰ ਭੁੱਲ ਗਿਆ ਤੇ ਉਹ ਦੁਸ਼ਟ ਰਾਣੀ ਦੀ ਸੇਵਾ ਕਰਨ ਲਈ ਇੱਕ ਜਾਦੂ ਦੇ ਅਸਰ ਵਿੱਚ ਸੀ। ਮੈਨੂੰ ਮੇਰੀ ਰਾਣੀ ਦੀ ਆਗਿਆ ਮੰਨਣੀ ਪਏਗੀ। ਇਸੇ ਵਿਚਾਲੇ ਰਾਜਕੁਮਾਰ ਦਾ ਘੋੜਾ ਪ੍ਰੈਗੋ ਤੇਜ਼ੀ ਨਾਲ ਭੱਜਦੇ ਹੋਏ ਮਹਿਲ ਵਿੱਚ ਜਾ ਪਹੁੰਚਿਆ। ਜਦੋਂ ਸਨੋ ਵਾਈਟ ਨੇ ਘੋੜੇ ਨੂੰ ਬਿਨਾਂ ਰਾਜਕੁਮਾਰ ਐਂਟਵਾਨ ਦੇ ਵੇਖਿਆ ਤਾਂ ਉਹ ਸੋਚ ਵਿੱਚ ਪੈ ਗਈ ਕਿ ਕੁਝ ਬੁਰਾ ਤਾਂ ਨਹੀਂ ਹੋਇਆ। ਪ੍ਰੈਗੋ, ਕੀ ਐਂਟਵਾਨ ਦੇ ਨਾਲ ਕੁਝ ਹੋ ਤਾਂ ਨਹੀਂ ਗਿਆ? ਓ ਨਹੀਂ! ਸਨੋ ਵਾਈਟ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਉਹ ਮਹਿਲ ਦੇ ਸਭ ਤੋਂ ਹਨੇਰੇ ਕਮਰੇ ਵਿੱਚ ਭੱਜਦੀ ਗਈ ਜਿੱਥੇ ਰਾਣੀ ਹੇਲਾ ਦੇ ਖਾਸ ਜਾਦੂਈ ਸ਼ੀਸ਼ੇ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ੀਸ਼ੇ ਨੇ ਹਮੇਸ਼ਾ ਸੱਚ ਦੱਸਿਆ ਸੀ, ਇਸ ਲਈ ਉਹਨੇ ਸੋਚਿਆ ਕਿ ਉਹ ਇਸ ਦੀ ਵਰਤੋਂ ਇਹ ਪਤਾ ਲਾਉਣ ਲਈ ਕਰ ਸਕਦੀ ਹੈ ਕਿ ਐਂਟਵਾਨ ਕਿੱਥੇ ਸੀ। 7 ਬੌਨੇ ਮਹਿਲ ਵਿੱਚ ਪਹੁੰਚੇ, ਇਸ ਗੱਲ ਤੋਂ ਅਣਜਾਣ ਕਿ ਪ੍ਰਿੰਸ ਐਂਟਵਾਨ ਨਾਲ ਕੀ ਹੋਇਆ ਸੀ। ਪਰ ਜਦੋਂ ਉਹਨਾਂ ਨੇ ਸਨੋ ਵਾਈਟ ਨੂੰ ਭੱਜਦੇ ਤੇ ਚਿੰਤਾ ਵਿੱਚ ਵੇਖਿਆ ਤਾਂ ਉਹ ਉਹਦੇ ਪਿੱਛੇ ਭੱਜੇ ਤੇ ਉਹਦੇ ਪਿੱਛੇ ਕਾਲ ਕੋਠਰੀ ਚਲੇ ਗਏ ਜਿੱਥੇ ਖਾਸ ਜਾਦੂਈ ਸ਼ੀਸ਼ਾ ਬੰਦ ਸੀ। ਸਨੋ ਵਾਈਟ ਮੈਜਿਕ ਮਿਰਰ ਦੇ ਸਾਹਮਣੇ ਖੜੀ ਹੋ ਗਈ। ਸ਼ੀਸ਼ੇ, ਸੁਨਹਿਰੇ ਸਟੈਂਡ ਵਾਲੇ ਸ਼ੀਸ਼ੇ। ਪਰ ਸ਼ੀਸ਼ੇ ਨੇ ਜਵਾਬ ਨਹੀਂ ਦਿੱਤਾ। ਸਨੋ ਵਾਈਟ ਨੇ ਫਿਰ ਪੁੱਛਿਆ, ਸ਼ੀਸ਼ੇ ਦੀਵਾਰ ਤੇ ਮੇਰੇ ਸਵਾਲ ਦਾ ਜਵਾਬ ਦੇ। ਆਖਰ 'ਚ ਸ਼ੀਸ਼ੇ ਨੇ ਜਵਾਬ ਦਿੱਤਾ, ਤੁਸੀਂ ਰਾਜਕੁਮਾਰ ਐਂਟਵਾਨ ਦੀ ਤਲਾਸ਼ ਕਰੋ। ਹੈਲਾ ਨੇ ਉਹਨਾਂ ਨੂੰ ਹਨੇਰੇ ਜੰਗਲ ਵਿੱਚ ਫਸਾਇਆ ਹੈ। ਹੈਲਾ, ਮੈਨੂੰ ਪਤਾ ਸੀ ਕਿ ਇਹ ਉਹਦੇ ਪਿੱਛੇ ਹੈ। ਫਿਰ ਜਾਦੂਈ ਸ਼ੀਸ਼ੇ ਦੀ ਛਵੀ ਗਾਇਬ ਹੋ ਗਈ ਤੇ ਇਹਦੀ ਥਾਂ ਤੇ ਰਾਣੀ ਹੈਲਾ ਇੱਕਦਮ ਸ਼ੀਸ਼ੇ 'ਚ ਦਿਸ ਗਈ। ਜਦ 7 ਬੌਨਿਆਂ ਨੇ ਹੈਲਾ ਨੂੰ ਵੇਖਿਆ ਤਾਂ ਉਹਨਾਂ ਨੇ ਡਰ ਦੇ ਮਾਰੇ ਇੱਕ ਦੂਜੇ ਦੀ ਅੱਖਾਂ ਬੰਦ ਕਰ ਲਈਆਂ। ਜੇ ਤੁਸੀਂ ਆਪਣੇ ਕੀਮਤੀ ਰਾਜਕੁਮਾਰ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਉਹਨੂੰ ਲੱਭਣ ਲਈ ਸ਼ੀਸ਼ੇ ਵਿੱਚ ਪਹੁੰਚੋ।
ਸਨੋ ਵਾਈਟ ਨੂੰ ਐਂਟਵਾਨ ਨਾਲ ਪਿਆਰ ਸੀ ਤੇ ਉਸਨੇ ਸ਼ੀਸ਼ੇ ਵੱਲ ਇੱਕ ਡਿੱਗ ਵਧਾਈ। ਉਹਦਾ ਹੱਥ ਸ਼ੀਸ਼ੇ ਵਿੱਚ ਚਲਿਆ ਗਿਆ ਤੇ ਉਸ ਨੂੰ ਹਨੇਰੇ ਜੰਗਲ ਵਿੱਚ ਖਿੱਚ ਲਿਆ। ਪਰ ਬਹੁਤ ਦੇਰ ਹੋ ਚੁੱਕੀ ਸੀ। ਸਨੋ ਵਾਈਟ ਹਨੇਰੇ ਜੰਗਲ ਵਿੱਚ ਪਹੁੰਚੀ। ਆਕਾਸ਼ ਵਿੱਚ ਬਿਜਲੀ ਚਮਕ ਰਹੀ ਸੀ, ਪੇੜ ਜਿਵੇਂ ਜਲ ਰਹੇ ਸੀ ਤੇ ਡਰਾਉਣੇ ਜਨੌਰ ਉਹਦੇ ਨਾਲ ਹੀ ਚੱਲ ਰਹੇ ਸੀ। 7 ਬੌਨੇ ਨਹੀਂ ਜਾਣਦੇ ਸੀ ਕਿ ਕੀ ਕਰਨਾ ਹੈ, ਪਰ ਉਹ ਸਨੋ ਵਾਈਟ ਦੇ ਲਈ ਵਫਾਦਾਰ ਸਨ। ਉਹ ਉਹਦੇ ਪਿੱਛੇ ਤੁਰ ਪਏ। ਜਿਵੇਂ ਹੀ ਸਨੋ ਵਾਈਟ ਤੇ 7 ਬੌਨਿਆਂ ਨੇ ਹਨੇਰੇ ਜੰਗਲ ਵਿੱਚ ਰਾਹ ਬਣਾਇਆ, ਕੁਝ ਜੁਗਨੂ ਉਹਨਾਂ ਨੂੰ ਰਾਹ ਦਿਖਾਉਣ ਲਈ ਨਾਲ ਹੋ ਗਏ ਤੇ ਇਹ ਉਹਨਾਂ ਲਈ ਵਧੀਆ ਗੱਲ ਸੀ, ਕਿਉਂਕਿ ਉਹ ਇੱਕ ਝੀਲ ਵਿੱਚ ਡਿੱਗਣ ਵਾਲੇ ਸੀ। ਰਾਜਕੁਮਾਰੀ ਤੇ 7 ਬੌਨਿਆਂ ਨੇ ਕੁਝ ਪੱਥਰਾਂ ਤੇ ਪੈਰ ਰੱਖ ਕੇ ਝੀਲ ਨੂੰ ਪਾਰ ਕੀਤਾ, ਪਰ ਇੱਕਦਮ ਇੱਕ ਵਿਸ਼ਾਲ ਆਕਟੋਪਸ ਨੇ ਆਪਣੇ ਲੰਬੇ 8 ਹੱਥਾਂ ਨਾਲ ਪਾਣੀ ਤੋਂ ਬਾਹਰ ਆ ਕੇ ਉਹਨਾਂ ਤੇ ਹਮਲਾ ਕਰਤਾ। ਉਹਨੇ ਇੱਕ ਬੌਨੇ ਨੂੰ ਕੱਸ ਕੇ ਫੜ ਲਿਆ ਤੇ ਉਹਨਾਂ ਨੂੰ ਜ਼ੋਰ-ਜ਼ੋਰ ਕੇ ਹਿਲਾਉਣਾ ਸ਼ੁਰੂ ਕਰ ਦਿੱਤਾ। स्नो खड़ जा, मदद करो साडी। ਤੇ ਜਿਵੇਂ ਹੀ ਆਕਟੋਪਸ ਸਨੋ ਵਾਈਟ ਨੂੰ ਫੜਨ ਲਈ ਅੱਗੇ ਵਧਿਆ, ਜੁਗਨੂ ਉਹਦੀ ਮਦਦ ਲਈ ਆ ਪਹੁੰਚੇ। ਧੰਨਵਾਦ ਜੁਗਨਵੋ, ਧੰਨਵਾਦ। ਕਿਰਪਾ ਕਰਕੇ ਮੇਰੇ ਦੋਸਤਾਂ ਨੂੰ ਵੀ ਬਚਾ ਲਓ, ਹੋਰ ਵੱਧ ਚਮਕ ਕੇ। ਜੁਗਨੂਆਂ ਦੀ ਰੋਸ਼ਨੀ ਹੋਰ ਮਜ਼ਬੂਤ ਤੇ ਚਮਕੀਲੀ ਹੋ ਗਈ, ਕਿਉਂਕਿ ਉਹ ਸਨੋ ਵਾਈਟ ਦੇ ਆਲੇ ਦੁਆਲੇ ਉੱਡ ਰਹੇ ਸਨ। ਜੁਗਨੂਆਂ ਨੇ ਰਾਖਸ਼ਸ ਦੀ ਵੱਡੀ ਅੱਖਾਂ ਤੇ ਉਡਾਰੀ ਪਾਈ। ਹੋਰ ਚਮਕੋ। ਤੇ ਰਾਖਸ਼ਸ ਉਸ ਚਮਕ ਤੋਂ ਇੰਨਾ ਨਾਰਾਜ਼ ਹੋ ਗਿਆ ਕਿ ਉਹਨਾਂ ਨੇ ਬੋਨਿਆਂ ਨੂੰ ਛੱਡ ਦਿੱਤਾ ਤੇ ਪਾਣੀ ਵਿੱਚ ਗਾਇਬ ਹੋ ਗਏ। ਆਕਟੋਪਸ ਰਾਖਸ਼ਸ ਮੁੜ ਕੇ ਪਾਣੀ ਵਿੱਚ ਚਲਾ ਗਿਆ। ਧੰਨਵਾਦ ਸਨੋ ਵਾਈਟ, ਤੂੰ ਸਾਡੀ ਜਾਨ ਬਚਾਈ ਹੈ। ਵਾਹ, ਸਾਨੂੰ ਹੋਰ ਵੀ ਚੌਕੰਨਾ ਰਹਿਣਾ ਪਵੇਗਾ। ਉਹ ਵੇਖੋ, ਉਹੀ ਹੈਲਾ ਦਾ ਮਹਿਲ ਹੋਊਗਾ। ਵਾਹ, ਕਿੰਨਾ ਵਧੀਆ ਮਹਿਲ ਹੈ। ਮਹਿਲ ਦੇ ਅੰਦਰ ਹੈਲਾ ਨੇ ਆਪਣੀ ਦੁਸ਼ਟ ਯੋਜਨਾ ਸ਼ੁਰੂ ਕਰਤੀ। ਉਹਨੂੰ ਡੰਕੋਵ ਤੋਂ ਸਿਰਫ ਇੱਕ ਰੱਸੀ ਚਾਹੀਦੀ ਸੀ। ਅਨਾੜੀ ਡੰਕੋਵ ਨੇ ਆਪ ਨੂੰ ਰੱਸੀ ਵਿੱਚ ਉਲਝਾ ਲਿਆ। ਰੱਸੀ ਤੇ ਇੱਕ ਹੱਥ ਘੁਮਾ ਕੇ ਹੈਲਾ ਨੇ ਇੱਕ ਮੰਤਰ ਬੋਲ ਕੇ ਡੰਕੋਵ ਨੂੰ ਛੁਡਾ ਲਿਆ। ਉਦੋਂ ਰਾਣੀ ਨੇ ਰਾਜਕੁਮਾਰ ਐਂਟਵਾਨ ਨੂੰ ਜਾਦੂਈ ਰੱਸੀ ਤੋਂ ਸਨੋ ਵਾਈਟ ਨੂੰ ਫੜਨ ਦਾ ਆਦੇਸ਼ ਦਿੱਤਾ। ਸਨੋ ਵਾਈਟ ਦੇ 7 ਬੌਨੇ ਕਿਸੇ ਤਰ੍ਹਾਂ ਮਹਿਲ ਵਿੱਚ ਪਹੁੰਚੇ। ਐਂਟਵਾਨ ਉੱਥੇ ਹੱਥ ਪੈਰ ਬੰਨ੍ਹ ਕੇ ਚੁੱਪ-ਚਪੀਤਾ ਖੜਾ ਸੀ। ਸਨੋ ਵਾਈਟ ਰਾਜਕੁਮਾਰ ਨੂੰ ਛੁਡਾਉਣ ਲਈ ਗਈ, ਪਰ ਇਹ ਇੱਕ ਚਾਲ ਸੀ। ਜਿਵੇਂ ਹੀ ਉਹਨੇ ਉਹਨੂੰ ਹੱਥ ਲਾਇਆ, ਜਾਦੂਈ ਰੱਸੀ ਸਨੋ ਵਾਈਟ ਦੇ ਹੱਥਾਂ ਵਿੱਚ ਬੰਨ੍ਹ ਗਈ। ਮੈਂ ਉਸ ਨੂੰ ਫੜ ਲਿਆ ਰਾਣੀ। 7 ਬੌਨਿਆਂ ਨੇ ਰਾਜਕੁਮਾਰੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਦੁਸ਼ਟ ਰਾਣੀ ਰਾਜਕੁਮਾਰ ਦੇ ਠੀਕ ਪਿੱਛੇ ਖੜੀ ਦਿਸ ਗਈ। ਮੈਂ ਤੇਰੇ ਤੇ ਕਬਜ਼ਾ ਕਰ ਹੀ ਲਿਆ, ਸੋਹਣੀ ਸਨੋ ਵਾਈਟ। ਓਹ, ਤੂੰ ਡਰਾਉਣੀ ਹੈ ਹੈਲਾ। ਤੂੰ ਇਹਦੇ ਤੇ ਜਾਦੂ ਨਾਲ ਕਬਜ਼ਾ ਕੀਤਾ ਹੈ। ਹੈਲਾ ਨੇ ਜਾਦੂਈ ਅੱਗ ਨਾਲ ਸਨੋ ਵਾਈਟ ਨੂੰ ਖਤਮ ਕਰਨ ਲਈ ਉਹਦੇ ਵੱਲ ਚੱਲਣਾ ਸ਼ੁਰੂ ਕੀਤਾ। ਉਹਦੇ ਚਾਰੋਂ ਪਾਸੇ ਜਾਦੂ ਦੀਆਂ ਲਪਟਾਂ ਸਨ। ਬੌਨੇ ਹੈਰਾਨ ਸੀ, ਪਰ ਸਿਲੀ ਬੋਨਾ ਉਹਨੂੰ ਰੋਕਣ ਲਈ ਰਾਣੀ ਵੱਲ ਭੱਜਿਆ, ਪਰ ਫਿਰ ਉਹ ਫਸ ਗਿਆ ਤੇ ਬੌਨੇ ਦੀ ਛੋਟੀ ਥੈਲੀ ਹਵਾ ਨਾਲ ਉੱਡ ਗਈ। ਨਾਲੇ ਖਦਾਨ ਤੋਂ ਜਾਦੂ ਦੀ ਧੂੜ ਰਾਜਕੁਮਾਰੀ ਦੇ ਹੱਥਾਂ ਤੇ ਪੈ ਗਈ ਤੇ ਰੱਸੀਆਂ ਖੁੱਲ ਗਈਆਂ। ਹਾਂ, ਮੈਂ ਆਜ਼ਾਦ ਹਾਂ। ਓਏ ਵੇਖੋ, ਸਾਨੂੰ ਖਦਾਨ ਤੋਂ ਜਿਹੜੀ ਧੂਲ ਮਿਲੀ ਸੀ ਉਹ ਮੰਤਰ ਖਤਮ ਕਰ ਦਿੰਦੀ ਹੈ। ਹੈ ਕੀ? ਹਾਂ ਹਾਂ। ਜਦੋਂ ਸਨੋ ਵਾਈਟ ਨੇ ਵੇਖਿਆ ਕਿ ਕੀ ਹੋਇਆ, ਤਾਂ ਉਹਨੂੰ ਯਾਦ ਆਇਆ ਕਿ ਉਹਦਾ ਹਾਰ ਸਟਾਰ ਡਸਟ ਨਾਲ ਬੰਨਿਆ ਹੈ। ਇਸ ਲਈ ਉਹਨੇ ਹਾਰ ਦਾ ਢੱਕਣ ਖੋਲ੍ਹਿਆ ਤੇ ਸਟਾਰ ਡਸਟ ਨੂੰ ਪ੍ਰਿੰਸ ਵੱਲ ਉਡਾ ਦਿੱਤਾ। ਰਾਜਕੁਮਾਰ ਮੰਤਰ ਤੋਂ ਮੁਕਤ ਹੋ ਗਿਆ ਤੇ ਆਪਣੇ ਅਸਲੀ ਰੂਪ ਵਿੱਚ ਆ ਗਿਆ। ਡੰਕੋਵ, ਮੈਨੂੰ ਜਾਦੂਈ ਰੱਸੀ ਦੇ। ਪਰ ਰਾਜਕੁਮਾਰ ਐਂਟਵਾਨ ਤੇਜ਼ ਸੀ। ਉਹਨੇ ਰੱਸੀ ਖਿੱਚ ਲਈ ਤੇ ਡੰਕੋਵ ਦੇ ਕੋਲ ਸਿੱਟਤੀ। ਜਾਦੂਈ ਰੱਸੀ ਨੇ ਡੰਕੋਵ ਨੂੰ ਕੱਸ ਕੇ ਬੰਨ੍ਹ ਲਿਆ। ਉਦੋਂ ਬਾਕੀ ਸਾਰੇ ਬੌਨਿਆਂ ਨੇ ਜਾਦੂ ਦੀ ਮਿੱਟੀ ਨੂੰ ਆਪਣੇ ਪਾਉਚ ਤੋਂ ਦੁਸ਼ਟ ਰਾਣੀ ਹੈਲਾ ਵੱਲ ਉਡਾਇਆ ਤੇ ਮਿੱਟੀ ਨੇ ਉਹਦੇ ਆਸੇ-ਪਾਸੇ ਦੀ ਜਾਦੂਈ ਅੱਗ ਨੂੰ ਬੁਝਾ ਦਿੱਤਾ ਤੇ ਫਿਰ ਹੈਲਾ ਪੱਥਰ ਦੀ ਮੂਰਤ ਬਣ ਗਈ। ਫਿਰ ਜਾਦੂਈ ਧੂੜ ਨੂੰ ਸਮੇਟ ਕੇ ਹਨੇਰੇ ਜੰਗਲ ਵਿੱਚ ਉਡਾ ਦਿੱਤਾ ਗਿਆ ਤੇ ਇਸ ਨੂੰ
ਫਿਰ ਤੋਂ ਇੱਕ ਖੂਬਸੂਰਤ ਜਗ੍ਹਾ 'ਚ ਤਬਦੀਲ ਕਰਤਾ ਗਿਆ। ਫਿਰ ਜੰਗਲ ਵੱਧਦਾ ਗਿਆ, ਘਾਹ, ਰੁੱਖਾਂ ਤੇ ਫੁੱਲਾਂ ਨਾਲ ਮਹਿਕਣ ਲੱਗ ਪਿਆ। ਹੈਲਾ ਨੂੰ ਪੱਥਰ ਦੀ ਮੂਰਤ ਬਣਾ ਦਿੱਤਾ ਗਿਆ। ਉਹਦੀ ਦੁਸ਼ਟਤਾ ਅਖੀਰ ਵਿੱਚ ਰੋਕ ਦਿੱਤੀ ਗਈ। ਪ੍ਰੇਮ ਤੇ ਦੋਸਤੀ ਨੇ ਉਸ ਦੀ ਥਾਂ ਲੈ ਲਈ। ਸਨੋ ਵਾਈਟ, ਰਾਜਕੁਮਾਰ ਤੇ 7 ਬੌਨੇ ਆਪਣੇ ਮਹਿਲ ਵਿੱਚ ਮੁੜ ਆਏ ਤੇ ਸਭ ਕੁਝ ਪਹਿਲਾਂ ਵਾਂਗ ਸੋਹਣਾ ਤੇ ਸ਼ਾਂਤੀਪੂਰਨ ਹੋ ਗਿਆ। I have found happiness in this forest. My little friends protect me here.